3 बुक्स हैं अपनियां +1 ਦੀਆਂ 3 बुक्स हैं। एक है अपनी पोइट्री दी जो ਆਪਾਂ स्टार्ट ऑलरेडी कर चुके हैं, ਜਿਹਦੀ ਆਪਾਂ एक पोएम कर चुके हैं, द वे ऑफ पोइट्री। ਤੇ ਅੱਜ ਆਪਾਂ ਸੈਕਿੰਡ ਬੁੱਕ ਸਟੋਰੀਜ਼ ਵਾਲੀ ਬੁੱਕ ਉਹ ਸਟਾਰਟ ਕਰ ਰਹੇ ਹਾਂ। ਤੇ ਤੁਹਾਡੇ ਪਹਿਲੇ ਸਿਲੇਬਸ ਬਾਈ ਮੰਥਲੀ ਸਿਲੇਬਸ ਦੇ ਵਿੱਚ ਦ ਰੀਅਲ ਪ੍ਰਿੰਸੈਸ ਹੈ ਜਿਹੜੀ ਸਟੋਰੀ ਹੈ ਉਹ ਸ਼ਾਮਲ ਹੈ। ਦ ਰੀਅਲ ਪ੍ਰਿੰਸੈਸ ਇਹ ਪਹਿਲੀ ਸਟੋਰੀ ਹੈ ਤੁਹਾਡੀ ਨਾ। ਰੀਅਲ ਪ੍ਰਿੰਸੈਸ ਦਾ ਮਤਲਬ ਕੀ ਹੋਇਆ ਕਿ ਅਸਲ ਦੀ ਰਾਜਕੁਮਾਰੀ ਹੈ ਨਾ। ਰੀਅਲ ਦਾ ਮਤਲਬ ਅਸਲੀ, ਪ੍ਰਿੰਸੈਸ ਦਾ ਮਤਲਬ ਰਾਜਕੁਮਾਰੀ। ਤਾਂ ਹੁਣ ਇਹ ਜਿਹੜਾ ਸਟੋਰੀ ਹੈ ਨਾ, ਇਹ ਹੈਂਸ ਕ੍ਰਿਸਚੀਅਨ ਐਂਡਰਸਨ ਨੇ ਲਿਖੀ ਹੈ। ਹੈਂਸ ਕ੍ਰਿਸਚੀਅਨ ਐਂਡਰਸਨ। ਤਾਂ ਇਹ ਜਿਹੜੇ ਨਾਮ ਹੈ ਬੱਚਿਓ, ਇਹ ਤੁਹਾਨੂੰ ਯਾਦ ਕਰਕੇ ਲਿਖਣੇ ਪੈਣਗੇ, ਬਿਕੋਜ਼ ਯਾਦ ਕਰੋ ਜਦੋਂ ਆਪਾਂ ਇਸ ਦਾ ਵੱਡਾ ਕੁਐਸਚਨ ਕਰਾਂਗੇ ਤਾਂ ਪਹਿਲੀ ਲਾਈਨ ਹੀ ਇਹੀ ਹੋਏਗੀ ਕਿ ਦ ਰੀਅਲ ਪ੍ਰਿੰਸੈਸ ਇਜ਼ ਰਿਟਨ ਬਾਈ ਹੈਂਸ ਕ੍ਰਿਸਚੀਅਨ ਐਂਡਰਸਨ, ਜਿਹੜਾ ਆਪਾਂ ਐਸੇ ਟੈਗ ਕੁਐਸਚਨ ਕਰਾਂਗੇ। ਅੱਛਾ, ਇਹ ਜਿਹੜੀ ਸਟੋਰੀਜ਼ ਬੁੱਕ ਹੈ ਇਸ ਦੇ ਵਿੱਚੋਂ ਕਿਸ ਤਰ੍ਹਾਂ ਦੇ ਕੁਐਸਚਨ ਆਣਗੇ ਤੁਹਾਨੂੰ? ਤਾਂ ਇਸ ਦੇ ਵਿੱਚੋਂ ਬੱਚਿਓ ਦੋ ਤਰ੍ਹਾਂ ਦੇ ਕੁਐਸਚਨ ਆਣਗੇ। ਇੱਕ ਤਾਂ ਸ਼ਾਰਟ ਆਂਸਰ ਟਾਈਪ ਕੁਐਸਚਨ, ਸੌਰੀ 3 ਤਰ੍ਹਾਂ ਦੇ ਆਣਗੇ। ਇੱਕ ਤਾਂ ਆਏਗਾ ਬਿਲਕੁਲ 1 ਨੰਬਰ ਵਾਲਾ ਕੁਐਸਚਨ ਕਿ ਜਸਟ ਕੋਈ ਇੱਕ ਅੱਧੇ ਸ਼ਬਦ ਚ ਆਂਸਰ ਪੁੱਛਿਆ ਹੋਇਆ ਜਾਂ ਯੈਸ ਔਰ ਨੋ ਚ ਪੁੱਛਿਆ ਜਾਂ ਟਰੂ ਫਾਲਸ ਪੁੱਛਿਆ ਹੈ ਜਾਂ, ਤਾਂ ਇਹ ਤਾਂ 1 ਨੰਬਰ ਦੇ ਹੋ ਗਏ, ਜਿਹਨੂੰ ਆਪਾਂ ਮਲਟੀਪਲ ਚੁਆਇਸ ਕੁਐਸਚਨ ਕਹਿੰਦੇ ਆ। ਦੂਸਰਾ ਆਪਣਾ ਕੁਐਸਚਨ ਆਂਦਾ ਹੈ ਸ਼ਾਰਟ ਆਂਸਰ ਟਾਈਪ ਕੁਐਸਚਨ, ਜਿਨ੍ਹਾਂ ਦਾ ਆਪਾਂ ਆਂਸਰ 2 ਜਾਂ ਹੱਦ 3 ਲਾਈਨਾਂ ਚ ਲਿਖਣਾ ਹੁੰਦਾ ਹੈ, ਜਿਵੇਂ ਤੁਸੀਂ 9ਵੀਂ 10ਵੀਂ ਚ ਵੀ ਕੀਤੇ ਹੈ। ਤੀਸਰਾ ਇਹਦਾ ਮੇਨ ਕੁਐਸਚਨ ਆਂਦਾ ਹੈ, ਜਾਂ ਕਿਸੇ ਕਰੈਕਟਰ ਸਕੈਚ ਆ ਜਾਂਦਾ ਹੈ ਜਾਂ ਕੋਈ ਥੀਮ ਆ ਜਾਂਦਾ ਹੈ। ਤਾਂ ਇਸ ਤਰ੍ਹਾਂ ਦੇ 3 ਤਰ੍ਹਾਂ ਦੇ ਕੁਐਸਚਨ ਆਉਂਦੇ ਆ। ਤਾਂ ਜਿਵੇਂ ਜਿਵੇਂ ਆਪਾਂ ਇਹ ਚੈਪਟਰ ਕਰਾਂਗੇ ਤੁਹਾਨੂੰ ਬੇਟਾ ਕਲੀਅਰ ਹੋ ਜਾਏਗਾ। ਤਾਂ ਆਪਾਂ ਹੁਣੇ ਸਟਾਰਟ ਕਰਦੇ ਹਾਂ ਦਾ ਰੀਅਲ ਪ੍ਰਿੰਸੈਸ। ਤਾਂ ਛੋਟੀ ਜੀ ਸਟੋਰੀ ਹੈ ਬੱਚਿਓ ਇਹ ਜੇ ਦੇਖਿਆ ਜਾਵੇ, ਦੇਖੋ 2 ਪੇਜ ਵੀ ਨਹੀਂ ਹੈਗੇ, ਤਾਂ ਆਪਾਂ ਇਸ ਨੂੰ ਰੀਡ ਕਰਦੇ ਹਾਂ। ਅੱਛਾ, ਜੇ ਤੁਸੀਂ ਇਹਨੂੰ ਖੋਲ ਕੇ ਦੇਖਿਆ ਹੋਵੇ ਬੁੱਕ ਨੂੰ, ਤਾਂ ਬਿਲਕੁਲ ਐਂਡ 'ਚ ਜਾ ਕੇ ਨਾ ਇਸ ਦੇ ਜਿਹੜੇ ਤੁਹਾਨੂੰ ਉਹ ਵੀ ਨਜ਼ਰ ਆਉਂਦੇ ਹੈ, ਜਿਵੇਂ ਗਲੋਸਰੀ ਵੀ ਨਜ਼ਰ ਆਉਂਦੀ ਹੈ। ਮੈਂ ਤੈਨੂੰ ਨੀਚੇ ਲਿਜਾ ਕੇ ਦਿਖਾਣਾ, ਦੇਖੋ ਤਾਂ ਤੁਹਾਨੂੰ ਗਲੋਸਰੀ ਵੀ ਦਿਖਦੀ ਹੈ ਤੇ ਨਾਲੇ ਨੋਟਸ ਵੀ ਦਿਖਦੇ ਆ। ਆ ਦੇਖੋ ਤੁਸੀਂ ਕਿ ਇਹ ਜਾ ਕੇ 72 ਨੰਬਰ ਪੇਜ ਤੇ ਹੈ ਇਹ ਇਸੇ ਬੁੱਕ ਦੇ ਵਿੱਚ। ਤਾਂ ਚੈਪਟਰ ਦਾ ਨਾਮ ਲਿਖਿਆ ਦੇਖੋ, ਦ ਰੀਅਲ ਪ੍ਰਿੰਸੈਸ, ਫਿਰ ਨੋਟਸ ਲਿਖਿਆ, ਆ ਗਲੋਸਰੀ ਹੈ। ਗਲੋਸਰੀ ਦੇ ਵਿੱਚ ਕਾਫੀ ਸਾਰੇ ਜਿਹੜੇ ਨਵੇਂ ਵਰਡਸ ਹੈ ਜਿਹੜੇ ਤੁਹਾਡੇ ਲਈ ਹੋ ਸਕਦਾ ਨਵੇਂ ਹੋਣ, ਤਾਂ ਉਹਨਾਂ ਦੇ ਆਂਸਰਸ ਇੰਗਲਿਸ਼ ਦੇ ਵਿੱਚ, ਯਾਨੀ ਕਿ ਉਹਨਾਂ ਦੇ ਮੀਨਿੰਗਸ ਇੰਗਲਿਸ਼ ਦੇ ਵਿੱਚ ਲਿਖੇ ਹੋਏ ਹੈ। ਤੇ ਨੀਚੇ ਕੁਝ ਕੁਐਸਚਨਸ ਹੈ, ਆ ਦੇਖੋ A ਤੇ B ਦੇ ਵਿੱਚ ਕੁਝ ਕੁਐਸਚਨਸ ਹੈ ਜੋ ਛੋਟੇ ਵੀ ਨੇ ਤੇ ਵੱਡੇ ਵੀ ਨੇ। ਇਹ ਆਪਾਂ ਐਕਸਰਸਾਈਜ਼ਸ ਬਾਅਦ ਚ ਡਿਸਕਸ ਕਰਾਂਗੇ, ਲੇਕਿਨ ਅੱਜ ਆਪਣਾ ਜਿਹੜਾ ਮੇਨ ਫੋਕਸ ਹੈ ਉਹ ਕਾਹਦੇ ਤੇ ਹੈ ਕਿ ਆਪਾਂ ਜੇ ਇਹ ਜਿਹੜੀ ਸਟੋਰੀ ਹੈ ਉਸ ਨੂੰ ਰੀਡ ਕਰਨਾ ਹੈ ਤੇ ਉਸ ਨੂੰ ਸਮਝਣਾ ਹੈ ਕਿ ਹੈ ਕੀ ਹੈ। ਬੜੀ ਇੰਟਰਸਟਿੰਗ ਸਟੋਰੀ ਹੈ, ਸ਼ਾਇਦ ਤੁਸੀਂ ਇਹੋ ਜਿਹੀ ਕਹਾਣੀ ਪਹਿਲਾਂ ਕਦੇ ਆਪਣੇ ਬਜ਼ੁਰਗਾਂ ਤੋਂ ਸੁਣੀ ਹੋਵੇ। ਤਾਂ ਕੀ ਹੁੰਦਾ ਜੀ ਕਿ there was once a prince who was bent upon marrying a princess, but it was to be a real princess। ਕਹਿੰਦੇ ਇੱਕ ਵਾਰੀ ਇੱਕ ਰਾਜਕੁਮਾਰ ਹੁੰਦਾ ਜੀ, ਪ੍ਰਿੰਸ ਹੁੰਦਾ, ਪ੍ਰਿੰਸ ਰਾਜਕੁਮਾਰ ਨੂੰ ਕਿਹਾ ਜਾਂਦਾ ਹੈ। ਤੇ who was bent upon, now bent upon ਦਾ ਮਤਲਬ ਹੁੰਦਾ ਹੈ, ਜਾਂ bent ਜਿਹੜੀ ਹੈ ਇੱਥੇ ਦੇਖੋ ਥਰਡ ਫਾਰਮ ਯੂਜ਼ ਕੀਤੀ ਗਈ ਹੈ, ਬੇਸਿਕਲੀ bend ਹੁੰਦੀ ਹੈ ਪਹਿਲੀ ਫਾਰਮ, bend bent ਹੈ ਨਾ, ਇਹ ਵਰਬ ਦੀਆਂ ਫਾਰਮਸ ਤੁਸੀਂ ਪੜ੍ਹੀਆਂ ਹੋਣਗੀਆਂ। ਤਾਂ bend upon ਦਾ ਮਤਲਬ ਕੀ ਹੁੰਦਾ ਹੈ? bend upon ਦਾ ਮਤਲਬ ਹੁੰਦਾ ਹੈ ਤੁਲਿਆ ਹੋਣਾ। ਪੰਜਾਬੀ ਚ ਆਪਾਂ ਕਹਿੰਦੇ ਆ ਕਿ ਉਹ ਤਾਂ ਹੁਣ ਲੜਨ ਤੇ ਤੁਲਿਆ ਹੋਇਆ, ਤੁਹਾਨੂੰ ਆਪਾਂ ਕਹਿੰਦੇ ਆ bend upon, ਠੀਕ ਹੈ। ਤਾਂ ਉਹ ਤੁਲਿਆ ਹੋਇਆ ਸੀ ਕਾਹਦੇ ਤੇ? ਵੀ ਮੈਂ ਇੱਕ ਅਜਿਹੀ ਰਾਜਕੁਮਾਰੀ ਨਾਲ ਵਿਆਹ ਕਰਾਉਂਗਾ, ਪ੍ਰਿੰਸੈਸ, ਮੈਰੀ ਦਾ ਮਤਲਬ ਹੁੰਦਾ ਹੈ ਵਿਆਹ ਕਰਾਉਣਾ। ਕਹਿੰਦੇ ਮੈਂ ਇੱਕ ਅਜਿਹੀ ਰਾਜਕੁਮਾਰੀ ਨਾਲ ਵਿਆਹ ਕਰਾਉਂਗਾ ਜਿਹੜੀ ਕਿ ਸੱਚਮੁੱਚ ਦੀ ਰਾਜਕੁਮਾਰੀ ਹੋਵੇ। ਮਤਲਬ ਝੂਠੀ ਮੁੱਠੀ ਰਾਜਕੁਮਾਰੀ ਨਾਲ ਮੇਰਾ ਵਿਆਹ ਨਹੀਂ ਹੋਣਾ, ਮੈਂ ਤਾਂ ਐਨ ਸੱਚਮੁੱਚ ਦੀ ਰਾਜਕੁਮਾਰੀ ਭਾਲਦਾ ਨਾ। ਹੁਣ ਸੱਚਮੁੱਚ ਦੀ ਰਾਜਕੁਮਾਰੀ ਦਾ ਮਤਲਬ ਕੀ ਹੈ ਉਹਦੇ ਲਈ? ਹੁਣ ਇਹ ਐਕਚੁਅਲੀ ਨਾ ਸਟੋਰੀ ਦੇ ਵਿੱਚ ਸ਼ੁਰੂ ਦੇ ਵਿੱਚ ਕਲੀਅਰ ਨਹੀਂ ਹੁੰਦਾ। ਸੱਚਮੁੱਚ ਦੀ ਰਾਜਕੁਮਾਰੀ ਤਾਂ ਬੱਚਿਓ ਰਾਜਕੁਮਾਰੀ ਕੌਣ ਹੁੰਦੀ ਹੈ? ਜੋ ਰਾਜੇ ਦੀ ਕੁੜੀ ਹੁੰਦੀ ਹੈ। ਤਾਂ ਜੇ ਰਾਜੇ ਦੀ ਕੋਈ ਕੁੜੀ ਹੋਊਗੀ ਫਿਰ ਤਾਂ ਉਹ ਰਾਜਕੁਮਾਰੀ ਹੋਊਗੀ ਹੋਈ, ਤਾਂ ਫਿਰ ਉਹ ਰੀਅਲ ਪ੍ਰਿੰਸੈਸ ਕਿਹਨੂੰ ਕਹਿ ਰਹੇ ਹੈ? ਇਹ ਸਟੋਰੀ ਦੇ ਸ਼ੁਰੂ ਚ ਕਲੀਅਰ ਨਹੀਂ ਹੁੰਦਾ। ਆਪਾਂ ਤਾਂ ਇਹੀ ਮੰਨਾਂਗੇ ਨਾ, ਜਦ ਆਪਾਂ ਸਟੋਰੀ ਪੜ੍ਹਨ ਲੱਗੇ ਆ ਤਾਂ ਸਾਨੂੰ ਤਾਂ ਐਂ ਲੱਗੂ ਵੀ ਰੀਅਲ ਪ੍ਰਿੰਸੈਸ ਦਾ ਮਤਲਬ ਤਾਂ ਇਹੀ ਹੋਇਆ ਕਿ ਰਾਜੇ ਦੀ ਕੋਈ ਕੁੜੀ ਹੋਊਗੀ, ਉਹਨੂੰ ਆਪਾਂ ਰਾਜਕੁਮਾਰੀ ਕਹਾਂਗੇ ਤੇ ਉਹਦੇ ਨਾਲ ਤਾਂ ਵਿਆਹ ਹੋ ਹੀ ਜਾਊਗਾ ਉਹਦਾ ਜੇ ਰਾਜੇ ਦੀ ਕੁੜੀ ਹੋਈ। ਲੇਕਿਨ ਉਹ ਰਾਜੇ ਦੀ ਕੁੜੀ ਨੂੰ ਰੀਅਲ ਪ੍ਰਿੰਸੈਸ ਨਹੀਂ ਕਹਿ ਰਿਹਾ। ਤਾਂ ਉਹ ਰੀਅਲ ਪ੍ਰਿੰਸੈਸ ਦਾ ਮਤਲਬ ਕੀ ਹੈ ਉਹਦਾ, ਇਹ ਸਾਨੂੰ ਬਿਲਕੁਲ ਸਟੋਰੀ ਦੇ ਐਂਡ ਜਾ ਕੇ ਪਤਾ ਲੱਗਦਾ ਹੈ। ਤਾਂ ਇਹੀ ਇਹਦੇ ਚ ਛੋਟਾ ਜਿਹਾ ਸਸਪੈਂਸ ਹੈ। ਚਲੋ ਹੁਣ ਆਪਾਂ ਪੜ੍ਹਦੇ ਹਾਂ। So he roamed the whole world over to such a one, but there was always something wrong।
ਤਾਂ ਹੁਣ ਉਹਨੇ ਆਪਣੀ ਇਸ ਲਾੜੀ ਦੀ, ਇਸ ਦੁਲਹਨ ਦੀ ਤਲਾਸ਼ ਦੇ ਲਈ ਸਾਰਾ ਸੰਸਾਰ ਘੁੰਮਤਾ। ਰੋਮ ਦਾ ਮਤਲਬ ਘੁੰਮਣਾ। ਰੋਮ ਰੋਮ ਡਰੋਮ ਵਧੀਆ ਫਾਰਮਸ ਹੁੰਦੀਆਂ ਨੇ। ਹੋਲ ਵਰਲਡ, ਸਾਰਾ ਸੰਸਾਰ। ਰੋਮ ਓਵਰ, ਐਕਚੁਅਲੀ ਨਾ ਰੋਮ ਦੇ ਨਾਲ ਓਵਰ ਆਇਆ ਹੋਇਆ ਹੈ। ਰੋਮ ਓਵਰ ਦੇ ਪਿੱਛੇ ਦਾ ਹੋਲ ਵਰਲਡ ਪਾਤਾ। ਬੇਸਿਕਲੀ ਰੋਮ ਓਵਰ ਹੈ। ਰੋਮ ਓਵਰ ਵੀ ਬੈਂਡ ਅਪੋਨ ਵਾਂਗੂ ਫਰੇਜ਼ਲ ਵਰਬ ਹੈ, ਤੇ ਰੋਮ ਓਵਰ ਦਾ ਮਤਲਬ ਹੁੰਦਾ ਹੈ ਘੁੰਮਣਾ, ਇੱਧਰ ਉੱਧਰ ਘੁੰਮਣਾ। ਟੂ ਫਾਈਂਡ ਸੱਚ ਅ ਵਨ, ਅਜਿਹੀ ਇੱਕ ਰਾਜਕੁਮਾਰੀ ਦੇ ਲਈ। ਵਨ, ਅਜਿਹੀ ਇੱਕ ਰਾਜਕੁਮਾਰੀ ਦੇ ਲਈ ਉਹ ਪੂਰਾ ਸੰਸਾਰ ਘੁੰਮਿਆ, ਪਰ ਹਮੇਸ਼ਾ ਕੁਛ ਨਾ ਕੁਛ ਗਲਤ ਹੋ ਗਿਆ। ਦੇਰ ਵਾਜ਼ ਸਮਥਿੰਗ ਰੋਂਗ, ਮਤਲਬ ਕਿ ਗੱਲ ਨਹੀਂ ਬਣੀ, ਆਪਾਂ ਇਹ ਕਹਿ ਸਕਦੇ ਹਾਂ। ਦੇਰ ਵਾਜ਼ ਆਲਵੇਜ਼ ਸਮਥਿੰਗ ਰੋਂਗ, ਕੋਈ ਗੱਲ ਨਹੀਂ ਬਣੀ ਉਹਦੀ। ਹੀ ਮੈਟ ਮੈਨੀ ਪ੍ਰਿੰਸੈਸਿਸ। ਹੁਣ ਪ੍ਰਿੰਸ ਦਾ ਦੇਖੋ ਇਹ ਕੀ ਹੈ, ਪਲੂਰਲ ਹੈ। ਪ੍ਰਿੰਸ ਦੇ ਪਿੱਛੇ ਦੇਖੋ ਈਐਸ ਪੈ ਗਿਆ, ਡਬਲ ਐਸ ਹੋ ਕੇ, ਡਬਲ ਐਸ ਤਾਂ ਹੈ ਹੀ ਹੈ, ਈਐਸ ਪੈ ਗਿਆ, ਤਾਂ ਇਸ ਇਹਦਾ ਪਲੂਰਲ ਬਣ ਗਿਆ। ਤਾਂ ਉਹ ਬਹੁਤ ਸਾਰੀਆਂ ਰਾਜਕੁਮਾਰੀਆਂ ਨੂੰ ਮਿਲਿਆ। ਮੀਟ ਮੈਟ ਮੈਟ, ਦੇਖੋ ਤੁਸੀਂ ਇਹ ਸਾਰੀ ਜਿਹੜੀ ਸਟੋਰੀ ਪੜ੍ਹੋਗੇ, ਬਿਕੋਜ਼ ਇਹ ਪਾਸਟ ਟੈਂਸ 'ਚ ਹੈ, ਤੇ ਜ਼ਿਆਦਾਤਰ ਇਸ ਦੇ ਵਿੱਚ ਸੈਕਿੰਡ ਵਰਬ ਜਾਂ ਥਰਡ ਵਰਬ ਯੂਜ਼ ਹੋਈ ਹੈ। ਸੋ ਕਲੀਅਰ ਹੋ ਜਾਂਦੀ ਹੈ ਸਾਰੀ ਸਟੋਰੀ ਪਾਸਟ ਦੀ ਹੈ। ਬਟ ਹੀ ਕੁਡ ਨੋਟ ਮੇਕ ਅਪ ਹਿਜ਼ ਮਾਈਂਡ ਐਜ਼ ਟੂ ਵੈਦਰ ਦੇ ਵਰ ਰੀਅਲ ਪ੍ਰਿੰਸਿਸ। ਪਰ ਉਹ ਆਪਣਾ ਮਨ ਨਹੀਂ ਬਣਾ ਸਕਿਆ ਨਾ। ਹੁਣ ਮੇਕਅਪ ਮਾਈਂਡ ਵੀ ਇੱਕ ਮਤਲਬ ਮੇਕਅਪ ਦਾ ਮਾਈਂਡ, ਇਹ ਫਰੇਜ਼ ਹੈ ਮੇਕਅਪ ਦਾ ਮਾਈਂਡ। ਨਾ ਇਹਦਾ ਮਤਲਬ ਕੀ ਹੈ ਮੇਕਅਪ ਦਾ ਮਾਈਂਡ? ਮਨ ਬਣਾਉਣਾ, ਮਨ ਬਣਾਉਣਾ। ਮਤਲਬ ਆਪਣੇ ਮਨ 'ਚ ਕੋਈ ਆਪਾਂ ਮਨ ਬਣਾ ਲਈਏ, ਜਾਂ ਇਹ ਆਪਣੇ ਦਿਲ 'ਚ ਬਿਠਾ ਲਈਏ ਕਿ ਆਪਾਂ ਗੱਲ ਕਰਨੀ ਹੈ। ਤਾਂ ਮੇਕਅਪ ਦਾ ਮਾਈਂਡ ਦਾ ਮਤਲਬ ਹੁੰਦਾ ਮਨ ਬਣਾਉਣਾ। ਆਪਾਂ ਕਹਿੰਦੇ ਮਨ ਬਣਾ ਲਿਆ ਮੈਨੇ ਆਹ ਕੰਮ ਕਰਨ ਲਈ। ਪਰ ਉਹ ਮਨ ਨਹੀਂ ਬਣਾ ਸਕਿਆ ਕਿ ਜਿਹੜੀਆਂ ਰਾਜਕੁਮਾਰੀ ਨੂੰ ਮਿਲਿਆ ਸੀ ਉਹ ਅਸਲ 'ਚ ਰਾਜਕੁਮਾਰੀਆਂ ਸੀ। ਹੁਣ ਉਹਨੂੰ ਰਾਜਕੁਮਾਰੀਆਂ ਤਾਂ ਬਹੁਤ ਮਿਲੀਆਂ। ਮੈਂ ਤੁਹਾਨੂੰ ਇਹੀ ਕਿਹਾ ਨਾ, ਇਸ ਸਟੋਰੀ ਦੀ ਖਾਸੀਅਤ ਇਹੀ ਹੈ ਕਿ ਉਹ ਰੀਅਲ ਪ੍ਰਿੰਸੈਸ ਮੰਨਦਾ ਕਿਹਨੂੰ ਹੈ? ਬਹੁਤ ਸਾਰੀਆਂ ਰਾਜਕੁਮਾਰੀਆਂ ਨੂੰ ਮਿਲਿਆ। ਉਹ ਦੇਖੋ ਇੱਥੇ ਪ੍ਰਿੰਸੈਸ ਲਿਖਿਆ ਹੋਇਆ ਹੈ, ਇਹਦਾ ਮਤਲਬ ਉਹ ਰਾਜਿਆਂ ਦੀਆਂ ਕੁੜੀਆਂ ਨੂੰ ਤਾਂ ਮਿਲਿਆ। ਇਹ ਤਾਂ ਨਹੀਂ ਹੈ ਕਿ ਉਹਨੂੰ ਰਾਜਿਆਂ ਦੀਆਂ ਕੁੜੀਆਂ ਮਿਲੀਆਂ ਨਹੀਂ ਪੂਰੇ ਸੰਸਾਰ 'ਚ। ਉਹ ਪੂਰੇ ਸੰਸਾਰ 'ਚ ਘੁੰਮਦਾ ਰਿਹਾ ਵੀ ਮੈਂ ਵਿਆਹ ਕਰਾਉਣਾ, ਵਿਆਹ ਕਰਾਉਣਾ, ਤੇ ਉਹਨੂੰ ਬਹੁਤ ਸਾਰੀਆਂ ਰਾਜਕੁਮਾਰੀਆਂ ਮਿਲੀਆਂ, ਪ੍ਰਿੰਸੈਸਿਸ ਬਹੁਤ ਮਿਲੀਆਂ। ਲੇਕਿਨ ਉਹ ਆਪਣਾ ਮਨ ਨਹੀਂ ਬਣਾ ਸਕਿਆ ਕਿ ਵਾਕਈ ਉਹੀ ਰੀਅਲ ਪ੍ਰਿੰਸੈਸ ਹੈ ਜਿਹਨੂੰ ਮੈਂ ਲੱਭਦਾ, ਜਿਹਦੇ ਨਾਲ ਮੈਂ ਸ਼ਾਦੀ ਕਰਨੀ ਹੈ। ਚਲੋ, there was always something that was not quite as he felt it ought to be। ਕਹਿੰਦੇ ਕੁਛ ਨਾ ਕੁਛ ਅਜਿਹਾ ਰਹਿ ਜਾਂਦਾ ਸੀ ਜੋ ਉਹ ਸੋਚਦਾ ਸੀ। feel felt felt, ਜੋ ਮੇਰੀ ਵਾਈਫ ਦੇ ਵਿੱਚ ਹੋਣਾ ਚਾਹੀਦਾ ਹੈ ਉਹ ਹੁੰਦਾ ਨਹੀਂ ਸੀ ਉਹਦੇ 'ਚ। there that was not quite, ਮਤਲਬ ਜੋ ਚੀਜ਼ਾਂ ਉਹ ਮੰਗਦਾ ਸੀਗਾ ਨਾ ਆਪਣੀ ਵਾਈਫ ਦੇ ਵਿੱਚ, ਪ੍ਰਿੰਸੈਸ ਦੇ ਵਿੱਚ, ਉਹ ਮਿਲਦੀਆਂ ਨਹੀਂ ਸੀ ਉਹਨੂੰ। ਕੁਛ ਨਾ ਕੁਛ ਰਹਿ ਜਾਂਦਾ ਸੀ। ਤਾਂ ਸੋ ਹੀ ਕੇਮ ਹੋਮ ਅਗੇਨ, ਇਸ ਕਰਕੇ ਉਹ ਘਰ ਆ ਗਿਆ, ਵਾਪਸ ਆ ਗਿਆ। ਉਹ ਵਿਆਹ ਵੀ ਨਹੀਂ ਹੋਇਆ, ਪੂਰੇ ਸੰਸਾਰ ਦਾ ਚੱਕਰ ਚੁੱਕਰ ਲਾ ਕੇ ਵਾਪਸ ਆ ਗਿਆ। ਕੋਈ ਉਹਨੂੰ ਪ੍ਰਿੰਸੈਸ ਨਹੀਂ ਮਿਲੀ ਵਿਆਹ ਕਰਾਉਣ ਲਈ। ਐਂਡ ਵਾਸ ਮਚ ਡਿਸਟਰੈਸਡ, ਅਤੇ ਉਹ ਬਹੁਤ ਦੁਖੀ ਹੋਇਆ। ਡਿਸਟਰੈਸ ਦਾ ਮਤਲਬ ਹੁੰਦਾ ਬੱਚਿਓ ਦੁਖੀ ਹੋਣਾ। ਮਚ ਡਿਸਟਰੈਸ, ਠੀਕ ਹੈ, ਕਿਉਂਕਿ ਹੀ ਐਬਸੋਲਿਊਟਲੀ ਯਰਨਡ ਆਫਟਰ ਅ ਰੀਅਲ ਪ੍ਰਿੰਸੈਸ। ਕਿਉਂਕਿ ਉਹ ਸੱਚਮੁੱਚ, ਐਬਸੋਲਿਊਟਲੀ ਦਾ ਮਤਲਬ ਸੱਚਮੁੱਚ, ਉਹ ਯਰਨ ਮਤਲਬ ਉਸਦੇ ਅੰਦਰ ਤਾਂਘ ਲੱਗੀ ਹੋਈ ਸੀ। ਯਰਨ ਦਾ ਮਤਲਬ ਹੁੰਦਾ ਹੈ ਜਦੋਂ ਆਪਣੇ ਅੰਦਰ ਬੜੀ ਖਿੱਚ ਹੋਵੇ, ਬੜਾ ਆਪਾਂ ਮਨ 'ਚ ਸੋਚੀਏ ਕਿ ਆਹ ਕੰਮ ਕਰਨਾ ਹੀ ਕਰਨਾ ਹੈ, ਉਹਨੂੰ ਯਰਨ ਕਹਿੰਦੇ ਨੇ। ਯਰਨ ਯਰਨ, ਠੀਕ ਹੈ। ਉਸਦੇ ਮਨ 'ਚ ਤਾਂਘ ਲੱਗੀ ਹੋਈ ਸੀ ਕਿ ਮੈਨੂੰ ਤਾਂ ਕੋਈ ਰੀਅਲ ਪ੍ਰਿੰਸੈਸ ਮਿਲੇ, ਲੇਕਿਨ ਉਸਨੂੰ ਨਹੀਂ ਮਿਲੀ। ਤਾਂ ਬੱਚਿਓ ਹੁਣ ਜਿਹੜੇ ਆਪਾਂ ਦੇਖੋ ਵਰਡਸ ਕੀਤੇ ਨੇ, ਹੈ ਨਾ, ਮੈਂ ਤੁਹਾਨੂੰ ਕਾਫੀ ਸਾਰੇ ਵਰਡਸ ਇਸ ਪੈਰੇ ਦੇ ਵਿੱਚ ਦੱਸੇ ਨੇ। ਤਾਂ ਮੈਂ ਚਾਹੂੰਗਾ ਕਿ ਇੰਗਲਿਸ਼ ਇਲੈਕਟਿਵ ਦੇ ਜਿਹੜੇ ਮੇਰੇ ਬੱਚੇ ਨੇ ਉਹ ਗਲੋਸਰੀ ਬਣਾਉਣ। ਗਲੋਸਰੀ ਜਿਵੇਂ ਮੈਂ ਤੁਹਾਨੂੰ ਦਿਖਾਈ ਸੀ, ਉਹ ਗਲੋਸਰੀ ਉਸ ਤਰ੍ਹਾਂ ਦੀ ਤੁਸੀਂ ਬਣਾਉਣੀ ਹੈ। ਤੇ ਉਸ ਗਲੋਸਰੀ ਦੇ ਵਿੱਚ ਆਪਾਂ ਇੱਕ ਵਾਰੀ ਫੇਰ ਦੇਖਦੇ ਹਾਂ ਉਹੀ ਸਾਰੇ ਵਰਡਸ। ਦੇਖੋ ਆਪਾਂ ਨੇ ਜੋ ਵਰਡ ਦੇਖੇ ਨੇ ਆਲਮੋਸਟ ਉਵੇਂ ਹੀ ਆਏ ਨੇ, ਠੀਕ ਹੈ ਜੀ। ਮਤਲਬ ਇਸ ਤਰ੍ਹਾਂ ਗਲੋਸਰੀ ਤੁਸੀਂ ਆਪਣੀ ਜਿਹੜੀ ਮੇਨ ਜਿਹੜੀ ਕਾਪੀ ਤੁਸੀਂ ਲਾਓਗੇ ਤਾਂ ਉਸ ਦੇ ਵਿੱਚ ਤੁਸੀਂ ਆਪਣੀ ਇਹ ਵਾਲੇ ਸਾਰੇ ਵਰਡਸ ਦੀ ਆਪਣੇ ਹਿਸਾਬ ਨਾਲ ਤੁਸੀਂ ਲਿਖਣੇ ਨੇ, ਤਾਂ ਕਿ ਤੁਹਾਨੂੰ ਪਤਾ ਲੱਗੇ, ਯਾਦ ਰਹਿਣ। ਦੇਖੋ ਟੂ ਬੀ ਬੈਂਟ ਅਪੋਨ ਮੈਂ ਤੁਹਾਨੂੰ ਦੱਸਿਆ, ਮੇਕ ਅਪ ਵਨਸ ਮਾਈਂਡ, ਡਿਸਟ੍ਰੈਸ ਦੱਸਿਆ ਤੁਹਾਨੂੰ, ਯਰਨ ਆਫਟਰ, ਇਹਨਾਂ ਚਾਰਾਂ ਦੀ ਮੀਨਿੰਗ ਮੈਂ ਤੁਹਾਨੂੰ ਦੱਸ ਚੁੱਕਿਆ। ਮੈਂ ਤੁਹਾਨੂੰ ਪੰਜਾਬੀ 'ਚ ਦੱਸਿਆ ਮੀਨਿੰਗ, ਇੱਥੇ ਇੰਗਲਿਸ਼ ਵੀ ਲਿਖਿਆ ਹੋਇਆ। ਤਾਂ ਤੁਸੀਂ ਕਿਸ ਤਰ੍ਹਾਂ ਗਲੋਸਰੀ ਬਣਾਉਣੀ ਹੈ, ਦੇਖੋ ਤੁਸੀਂ ਇੰਗਲਿਸ਼ ਇਲੈਕਟਿਵ ਦੇ ਬੱਚੇ ਹੋ ਤਾਂ ਤੁਸੀਂ ਇਸ ਤਰ੍ਹਾਂ ਗਲੋਸਰੀ ਬਣਾਓ। ਦੇਖੋ ਸਭ ਤੋਂ ਪਹਿਲਾਂ ਤੁਸੀਂ ਗਲੋਸਰੀ ਲਿਖੋ ਜਿਵੇਂ ਇਹਨਾਂ ਨੇ ਲਿਖੀ ਹੈ, ਫਿਰ ਤੁਸੀਂ ਇੱਥੇ ਸੀਰੀਅਲ ਨੰਬਰ ਪਾਓ ਕਾਪੀ 'ਚ, ਠੀਕ ਹੈ। ਫਿਰ ਉਸ ਤੋਂ ਬਾਅਦ ਤੁਸੀਂ ਵਰਡ ਪਾਓ, ਫਿਰ ਤੁਸੀਂ ਉਸ ਦਾ ਮੀਨਿੰਗ ਪਾਓ। ਨਾਓ ਮੀਨਿੰਗ ਪਹਿਲਾਂ ਤੁਸੀਂ ਇੰਗਲਿਸ਼ 'ਚ ਪਾਓ, ਓਕੇ, ਜੋ ਇਹਨਾਂ ਨੇ ਲਿਖਿਆ। ਜਿਵੇਂ ਇਹਨਾਂ ਨੇ ਆਨਸਰ ਲਿਖਿਆ, ਉਸ ਤੋਂ ਬਾਅਦ ਤੁਸੀਂ ਮੀਨਿੰਗ ਪੰਜਾਬੀ 'ਚ ਪਾ ਸਕਦੇ ਹੋ। ਪੰਜਾਬੀ 'ਚ ਮੀਨਿੰਗ ਆਪਾਂ ਤਾਂ ਪਾਉਣਾ ਬੱਚਿਓ ਤਾਂ ਕਿ ਸਾਨੂੰ ਯਾਦ ਰਹੇ
कि इसका मीनिंग की है। हुण देखो मैं तुहानूं एक एग्जांपल लिख के दिखाना। सपोज करो आपां पहला वर्ड लिख रहे हैं डिस्ट्रेस, ओके, आपां इत्थे डिस्ट्रेस्ड पाता, उस तो बाद मीनिंग इंग्लिश च तुसीं सिंपल सैड पा लो, दुखी, इत्थे तुसीं पंजाबी च पा लो दुखी होना, ओके। तां इस तरीके दे नाल तुसीं अपनी ग्लोसरी बनानी है, जिहड़ी तुसीं कॉपी ते बनाओगे। हुण इन्हां ने तां जस्ट 4 वर्ड्स लए ने, 1 2 3 4 पहले पैरे दे। मैं तां तुहानूं 4 तो ज़्यादा दस चुक्या, कई वर्ड्स दे मीनिंग दस चुक्या, तां तुसीं ओह भी च इनकलूड कर सकदे हो ग्लोसरी च। जिन्ने ज़्यादा वर्ड तुसीं अपनी ग्लोसरी च इनकलूड करोगे बच्चों, तां मैं तुहानूं कहूँगा उन्नी ज़्यादा अच्छी इंग्लिश ते तुहाडी पकड़ बनेगी, तुहाडा ग्रास्प बनेगा, होल्ड बनेगा। इंग्लिश इलैक्टिव दे विच जिन्नी वध तों वध ग्लोसरी, जिन्नी वध तों वध तुसीं वोकैबुलरी अपनी डिवेलप कर सकदे हो, तां ओह करियो। ਤਾਂ ਇਸੇ ਤਰ੍ਹਾਂ ਹੋਏਗੀ। ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਵੀ ਰਿਹਾ ਕਿ ਤੁਸੀਂ ਆਪਣੇ ਗਲੋਸਰੀ ਆਪਣੀ ਪੱਕੀ ਕਾਪੀ ਤੇ ਕਿਵੇਂ ਬਣਾਉਣੀ ਹੈ। ਚਲੋ ਜੀ ਵਾਪਸ ਆਪਾਂ ਰੁਕ ਕਰਦੇ ਹਾਂ ਆਪਣੀ ਸਟੋਰੀ ਵੱਲ। ਨਾਓ ਫੇਰ ਕੀ ਹੋਇਆ ਜੀ, ਚਲੋ ਥੱਕ ਹਾਰ ਕੇ ਵਿਚਾਰਾ ਘਰ ਆ ਗਿਆ ਤੇ ਇੱਕ ਸ਼ਾਮ ਨੂੰ ਕੀ ਹੋਇਆ, ਵਨ ਈਵਨਿੰਗ देयर वाज अ ਟੈਰੀਬਲ ਸਟੋਰਮ। ਨਾ ਟੈਰੀਬਲ ਦਾ ਮਤਲਬ ਹੁੰਦਾ ਭਿਅੰਕਰ, ਖਤਰਨਾਕ, ਠੀਕ ਹੈ। ਤਾਂ ਬਹੁਤ ਹੀ, ਸਟੋਰਮ ਦਾ ਮਤਲਬ ਤੂਫਾਨ, बहुत ही ज्यादा खतरनाक तूफान आया, भयंकर तूफान आया। इट थंडर्ड एंड द रेन पोर्ड इन टॉरेंट्स। आसमान च बिजली लश्क रही सी, थंडरिंग हो रही सी, ठीक है, आसमानी बिजली कड़क रही सी। ਅਤੇ ਜਿਹੜੀ ਬਾਰਿਸ਼ ਸੀਗੀ poured in torrents। ਨਾ pour ਦਾ ਮਤਲਬ ਪੈ ਰਹੀ ਸੀ, in torrents ਮੋਹਲੇਧਾਰ। in torrents ਦਾ ਮਤਲਬ ਹੁੰਦਾ ਜਦੋਂ ਬਹੁਤ ਜ਼ਿਆਦਾ ਬਾਰਿਸ਼ ਪਵੇ, ਮੋਹਲੇਧਾਰ ਬਾਰਿਸ਼ ਪਵੇ, ਆਪਾਂ ਨੂੰ ਕਹਿੰਦੇ ਆ poured in torrents। ਤਾਂ ਇੰਗਲਿਸ਼ ਦੇ ਨਾ ਵਰਡ ਜਿਹੜੇ ਹੁੰਦੇ ਨੇ ਉਹ ਫਰੇਜ਼ਿਸ ਚ ਆਉਂਦੇ ਨੇ। ਨਾ ਫਰੇਜ਼ ਦਾ ਮਤਲਬ ਕੀ ਹੁੰਦਾ ਹੈ, ਗਰੁੱਪ ਆਫ ਵਰਡਸ, ਵਰਡਸ ਦੇ ਗਰੁੱਪਸ ਚ ਆਉਂਦੇ ਨੇ ਉਹ। ਤਾਂ ਇਹ ਤੁਹਾਨੂੰ ਗਰੁੱਪ ਆਫ ਵਰਡਸ ਵੀ ਐਜ਼ ਇਟ ਇਜ਼ ਯਾਦ ਕਰਨੇ ਚਾਹੀਦੇ ਨੇ। ਹੁਣ ਸਪੋਜ਼ ਕਰੋ ਕਿ ਬਾਰਿਸ਼ ਬਹੁਤ ਜ਼ਿਆਦਾ ਮੋਹਲੇਧਾਰ ਪੈ ਰਹੀ ਹੈ ਨਾ, ਆਪਾਂ ਉਹਦੀ ਇੰਗਲਿਸ਼ ਬਣਾਉਣੀ ਹੈ, ਤਾਂ ਤੁਸੀਂ ਸੇਮ ਆਹ ਵਾਲੇ ਵਰਡ ਚੱਕ ਸਕਦੇ ਹੋ ਇੱਥੋਂ। ਇਟ ਇਜ਼ ਰੇਨਿੰਗ ਇਨ, मतलब बारिश बहुत ज्यादा पई ਤਾਂ ਆਪਾਂ ਇਟ ਰੇਨ ਪੋਰਡ ਇਨ ਟੋਰੈਂਟਸ, ਠੀਕ ਹੈ। ਇਸ ਤਰ੍ਹਾਂ ਦਾ ਰੇਨ ਪੋਰਡ ਇਨ ਟੋਰੈਂਟਸ ਆਪਾਂ ਇਸ ਤਰ੍ਹਾਂ ਆਪਣੀ ਇੰਗਲਿਸ਼ ਨੂੰ ਡਿਵੈਲਪ ਕਰਨਾ ਹੈ। ਤਾਂ ਇਹ ਜਿਹੜੇ ਗਰੁੱਪ ਆਫ ਵਰਡਸ ਆਉਂਦੇ ਨਾ, ਟੋਰੈਂਟਸ ਆਪਾਂ ਸ਼ਬਦ ਕਿਹਦੇ ਲਈ ਯੂਜ਼ ਕਰ ਰਹੇ ਹਾਂ, ਮੋਹਲੇਧਾਰ ਦੇ ਲਈ ਯੂਜ਼ ਕਰ ਰਹੇ ਹਾਂ। ਇਟ ਵਾਸ ਡ੍ਰੈਡਫੁਲ, ਬੜਾ ਭਿਆਨਕ ਸੀਨ ਸੀਗਾ ਜੀ, ਡ੍ਰੈਡਫੁਲ ਸੀਗਾ। ਫਿਰ ਕੀ ਹੋਇਆ ਕਿ ਸਿਟੀ ਦੇ ਗੇਟ ਤੇ, ਕਿਉਂਕਿ ਉਹ ਇੱਕ ਰਾਜੇ ਦਾ ਬੇਟਾ ਸੀਗਾ, ਤੇ ਜਿਹੜਾ ਰਾਜੇ ਦਾ ਸ਼ਹਿਰ ਸੀ ਉਸ ਦੇ ਗੇਟ ਤੇ ਕੋਈ ਨੌਕਿੰਗ ਹੋਈ। ਦੈਨ देयर केम अ ਨੌਕਿੰਗ। ਨੌਕਿੰਗ ਜਿਵੇਂ ਆਪਾਂ ਨੌਕ ਕਰਦੇ ਹਾਂ, ਜਾ ਕੇ ਕਿਸੇ ਦੇ ਡੋਰ ਦੇ ਉੱਪਰ ਨੌਕ ਕਰਦੇ ਹਾਂ, ਤਾਂ ਨੌਕਿੰਗ ਹੋਈ। ਤੇ ਜਿਹੜਾ ਓਲਡ ਰਾਜਾ ਸੀਗਾ, ਜਿਹੜਾ ਯਾਨੀ ਕਿ ਉਸਦਾ ਡੈਡੀ ਸੀਗਾ, ਓਲਡ ਹੋ ਚੁੱਕਿਆ ਸੀ, ਤੇ ਉਹ ਗੇਟ ਤੇ ਗਿਆ ਅਤੇ ਉਸਨੇ ਡੋਰ ਓਪਨ ਕੀਤਾ। ਤਾਂ ਜੇ ਆਪਾਂ ਦੇਖੀਏ ਤਾਂ ਇਸ ਪੈਰੇ ਦੇ ਵਿੱਚ ਆਪਣੇ ਲਈ ਇੱਕ ਵਰਡ ਆਇਆ ਟੈਰੀਬਲ ਨਵਾਂ, ਹੈ ਨਾ, ਸਟੋਰਮ ਆਇਆ, ਪੋਰਡ ਆਇਆ, ਇਨ ਟੋਰੈਂਟਸ ਆਇਆ, ਨੌਕਿੰਗ ਵੀ ਚਲੋ ਹੋ ਸਕਦਾ ਹੈ ਕੁਝ ਬੱਚਿਆਂ ਲਈ ਨਵਾਂ ਹੋਵੇ, ਡ੍ਰੈਡਫੁਲ ਆਇਆ। ਤਾਂ ਜਿੰਨੇ ਜ਼ਿਆਦਾ ਵਰਡਸ ਬੇਟਾ ਤੁਸੀਂ ਐਡ ਕਰੋਗੇ ਆਪਣੀ ਗਲੋਸਰੀ ਦੇ ਵਿੱਚ, ਓਨੇ ਜ਼ਿਆਦਾ ਤੁਹਾਡੇ ਲਈ ਕੀ ਹੋਏਗੀ, ਤੁਹਾਡੀ ਵੋਕੈਬਲਰੀ ਸ਼ਾਰਪ ਹੋਏਗੀ, ਤੁਹਾਡੀ ਗਲੋਸਰੀ ਅੱਛੀ ਹੋਏਗੀ। ਤਾਂ ਜਦੋਂ ਦਰਵਾਜ਼ਾ ਖੁੱਲਿਆ ਤਾਂ ਕੀ ਦੇਖਦੇ ਕਿ ਇੱਕ ਪ੍ਰਿੰਸੈਸ ਬਾਹਰ ਖੜੀ ਹੈ, ਸਟੂਡ ਆਊਟਸਾਈਡ। ਅ ਪ੍ਰਿੰਸੈਸ ਸਟੂਡ ਆਊਟਸਾਈਡ ਬਟ ਸ਼ੀ ਲੁਕਡ ਸਟ੍ਰੇਂਜ ਐਂਡ ਅਗਲੀ ਇਨ ਦਾ ਰੇਨ। ਕਿਉਂਕਿ ਮੀਂਹ ਪੈ ਰਿਹਾ ਹੈ ਤਾਂ ਬਾਰਿਸ਼ ਚ ਭਿੱਜ ਗਈ ਉਹ ਲੜਕੀ, ਤਾਂ ਉਹ ਬੜੀ ਹੀ ਸਟ੍ਰੇਂਜ ਲੱਗ ਰਹੀ ਹੈ, ਅਜੀਬ ਜੀ ਲੱਗ ਰਹੀ ਹੈ, ਅਤੇ ਮਤਲਬ ਅਗਲੀ ਵੀ ਲੱਗ ਰਹੀ ਹੈ, ਮਤਲਬ ਭੱਦੀ ਜੀ ਲੱਗ ਰਹੀ ਹੈ, ਖੂਬਸੂਰਤ ਨਹੀਂ ਲੱਗ ਰਹੀ, ਕਿਉਂਕਿ ਕੱਪੜੇ ਕੁਪੜੇ ਭਿੱਜ ਗਏ, ਵਾਲ ਵੂਲ ਇਹੋ ਜਿਹੇ ਹੋ ਗਏ ਉਹਦੇ, ਮਤਲਬ ਠੀਕ ਹੈ, ਤਾਂ ਉਹ ਸੋਹਣੀ ਨਹੀਂ ਲੱਗ ਰਹੀ। The water dripped down her hair and clothes। ਹੁਣ ਜਿਹੜਾ ਪਾਣੀ ਹੈ, ਕਿਉਂਕਿ ਉਹਦੇ ਕੋਲ ਅੰਬ੍ਰੇਲਾ ਤਾਂ ਕੋਈ ਹੈ ਨਹੀਂ ਜਿਸ ਨਾਲ ਉਹ ਬਾਰਿਸ਼ ਨੂੰ ਰੋਕ ਸਕੇ, ਤਾਂ ਵਾਟਰ ਡ੍ਰਿਪਡ ਡਾਊਨ। ਨਾਓ ਡ੍ਰਿਪ ਡਾਊਨ ਦਾ ਮਤਲਬ ਕੀ ਹੁੰਦਾ ਹੈ, ਡ੍ਰਿਪ ਡਾਊਨ ਦਾ ਮਤਲਬ ਹੁੰਦਾ ਹੈ ਤੁਪਕੇ ਤੁਪਕੇ ਹੋ ਕੇ ਪਾਣੀ ਜਦੋਂ ਨੀਚੇ ਨੂੰ ਜਾਂਦਾ, ਉਹਨੂੰ ਆਪਾਂ ਕਹਿੰਦੇ ਆ ਡ੍ਰਿਪ ਡਾਊਨ। ਵੈਸੇ ਵੀ ਡ੍ਰਿਪ ਦਾ ਮਤਲਬ ਤਾਂ ਤੁਹਾਨੂੰ ਪਤਾ ਹੀ ਹੈ ਬੇਟਾ, ਤੁਪਕੇ ਨੂੰ ਕਿਹਾ ਜਾਂਦਾ ਨਾ। ਡ੍ਰਿਪ ਡਾਊਨ ਹਰ ਹੈਰ, ਤਾਂ ਉਹਦੇ ਵਾਲਾਂ ਚੋਂ ਮਤਲਬ ਪਾਣੀ ਰਿਸਦਾ ਹੋਇਆ ਅਤੇ ਕੱਪੜਿਆਂ ਤੱਕ ਜਾ ਰਿਹਾ ਸੀ। ਐਂਡ ran into the tips of her shoes। ਅਤੇ ਫਿਰ ਉਹ ਪਾਣੀ ਜਾਂਦਾ ਕਿੱਥੇ ਜਾ ਰਿਹਾ ਸੀ, ਉਸਦੇ ਜਿਹੜੇ ਸ਼ੂਜ਼ ਦੇ ਟਿਪਸ ਤੱਕ ਜਾ ਰਿਹਾ ਸੀ, ਜੋ ਉਸਨੇ ਜੁੱਤੀ ਪਾਈ ਹੋਈ ਸੀ ਉਸਦੇ ਟਿਪ ਤੱਕ ਜਾ ਰਿਹਾ ਸੀ। ਐਂਡ ਆਊਟ, ਅਤੇ ਬਾਹਰ ਜਾ ਰਿਹਾ ਸੀ ਪਾਣੀ, ਐਟ ਦਾ ਹੀਲਸ, ਮਤਲਬ ਕਿ ਜੁੱਤੀਆਂ ਤੋਂ ਬਾਹਰ, ਉਸਦੀ ਜਿਹੜੀ ਹੀਲ ਵਾਲੀ ਜਗ੍ਹਾ ਹੈ ਜੁੱਤੇ ਦੀ, ਉਸ ਤੋਂ ਬਾਹਰ ਜਾ ਰਿਹਾ ਸੀ ਪਾਣੀ। ਮਤਲਬ ਪਾਣੀ ਇਸ ਤਰ੍ਹਾਂ ਚੋ ਰਿਹਾ ਸੀ ਉਹਦੇ ਪੂਰੇ ਬੋਡੀ ਦੇ ਵਿੱਚੋਂ, ਇਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਬਾਰਿਸ਼ ਸੀਗੀ। Yet she said she was a real princess। ਹੁਣ ਉਹਨੂੰ ਦੇਖ ਕੇ ਕੋਈ ਵੀ ਕਹਿ ਦੂਗਾ ਵੀ
ਇਹ ਤਾਂ ਉਈਓ ਕੋਈ ਆਮ ਜੀ ਲੜਕੀ ਲੱਗਦੀ ਹੈ, ਬਿਕੋਜ਼ ਇਹ ਪ੍ਰਿੰਸੈਸ ਦੀ ਤਾਂ ਸ਼ਾਨ ਹੀ ਵੱਖਰੀ ਹੁੰਦੀ ਹੈ ਨਾ। ਤਾਂ ਲੇਕਿਨ ਉਸ ਲੜਕੀ ਨੇ ਕਿਹਾ ਕਿ ਮੈਂ ਤਾਂ ਪ੍ਰਿੰਸੈਸ ਹਾਂ, ਮੈਂ ਤਾਂ ਰਾਜੇ ਦੀ ਲੜਕੀ ਹਾਂ, ਰੀਅਲ ਹੈ ਨਾਲੇ, ਮਤਲਬ ਮੈਂ ਕੋਈ ਤੁਹਾਨੂੰ ਝੂਠ ਨਹੀਂ ਬੋਲ ਰਹੀ, ਮੈਂ ਸੱਚਮੁੱਚ ਦੀ ਪ੍ਰਿੰਸੈਸ ਹਾਂ। ਤਾਂ ਹੁਣ ਉਹ ਇਹ ਕਹਿ ਰਹੀ ਹੈ। ਚਲੋ ਅਗਲੇ ਪੈਰੇ 'ਚ ਕੀ ਹੁੰਦਾ ਹੈ, ਇੰਡੀਡ ਕਹਿੰਦੇ ਚਲੋ ਠੀਕ ਹੈ, we will see about that presently। ਤਾਂ ਕਿਹਨੇ ਕਹੀਆਂ ਗੱਲਾਂ ਇਹ, ਦਾ ਓਲਡ ਕੁਈਨ, ਤਾਂ ਜਿਹੜਾ ਉਹ ਪ੍ਰਿੰਸ ਦੀ ਮਾਤਾ ਜੀ ਹੈ, ਕੁਈਨ ਉਹ ਵੀ ਓਲਡ ਹੋ ਗਈ। ਤਾਂ ਉਸਨੇ ਸੋਚਿਆ ਕਿ ਚਲੋ ਦੇਖਦੇ ਹਾਂ ਆਪਾਂ, ਇਹ ਕਹਿ ਰਹੀ ਹੈ ਰੀਅਲ ਪ੍ਰਿੰਸੈਸ, ਆਪਾਂ ਦੇਖਦੇ ਹਾਂ, we will see about। ਉਸਨੇ ਕੁਝ ਨਹੀਂ ਕਿਹਾ, ਠੀਕ ਹੈ। she said nothing but went into her bedroom। ਕਿਸਨੇ ਇੱਥੇ ਹੁਣ ਕਿਹਦੀ ਗੱਲ ਕਹੀ ਹੈ, she ਕਿਹਨੂੰ ਕਿਹਾ ਗਿਆ, ਇੱਥੇ ਕਿਹਾ ਗਿਆ ਪ੍ਰਿੰਸੈਸ ਨੂੰ। ਓਕੇ, ਇਹ ਗੱਲ ਧਿਆਨ 'ਚ ਰੱਖਣੀ ਹੈ। ਜਦੋਂ ਰਾਣੀ ਨੇ ਕਿਹਾ ਨਾ ਕਿ ਚਲੋ, ਜਦੋਂ ਨੇ ਕਿਹਾ ਕਿ ਮੈਂ ਰੀਅਲ ਪ੍ਰਿੰਸੈਸ ਹੈ, ਤਾਂ ਉਸਦੀ ਮਾਤਾ ਜੀ ਨੇ ਕੀ ਕਿਹਾ ਪ੍ਰਿੰਸ ਦੀ, ਉਹ ਕਹਿੰਦੀ ਚਲ ਦੇਖਦੇ ਹਾਂ ਵੀ ਤੂੰ ਵੀ ਸੱਚਮੁੱਚ ਦੀ ਪ੍ਰਿੰਸੈਸ ਹੈ ਕਿ ਨਹੀਂ। ਉਹਨੇ ਬਦਲੇ 'ਚ ਕੁਝ ਨਹੀਂ ਕਿਹਾ ਰਾਜਕੁਮਾਰੀ ਨੇ, ਐਂਡ ਵੈਂਟ ਇਨਟੂ ਹਰ ਬੈਡਰੂਮ, ਉਹ ਬੈਡਰੂਮ 'ਚ ਚਲੀ ਗਈ। ਟੁਕ ਆਫ ਆਲ ਦਾ ਬੈਡ ਕਲੋਥਸ, ਸੌਰੀ ਮੈਂ ਥੋੜਾ ਬੇਟਾ ਤੁਹਾਨੂੰ ਕਲੀਅਰ ਕਰਦਾ, ਇੱਥੇ ਸ਼ੀ ਪ੍ਰਿੰਸੈਸ ਨੂੰ ਨਹੀਂ ਕਿਹਾ ਗਿਆ, ਇੱਥੇ ਸ਼ੀ ਕਿਹਾ ਗਿਆ ਬੇਟਾ ਕੁਈਨ ਨੂੰ, ਕੁਈਨ ਨੂੰ ਕਿਹਾ ਗਿਆ। ਓਕੇ, ਤਾਂ ਜਦੋਂ ਕੁਈਨ ਨੇ ਕਿਹਾ ਨਾ ਕਿ ਆਪਾਂ ਦੇਖਦੇ ਹਾਂ, ਤਾਂ ਕੁਈਨ ਨੇ ਕਿਹਾ, ਯਾਨੀ ਕਿ ਪ੍ਰਿੰਸ ਦੀ ਮਾਤਾ ਜੀ ਨੇ ਕਿਹਾ, ਹੋਰ ਕੁਝ ਨਹੀਂ ਕਿਹਾ, ਤੇ ਉਸਦੇ ਆਪਣੇ ਬੈਡਰੂਮ 'ਚ ਚਲੀ ਗਈ। ਉਸਨੇ ਆਪਣੇ ਸਾਰੇ ਜਿਹੜੇ ਬੈਡ ਕਲੋਥ ਸੀਗੇ, ਮਤਲਬ ਜਿਵੇਂ ਹੁਣ ਬੈੱਡ ਦੇ ਉੱਪਰ ਜਿਹੜੇ ਕਲੋਥਸ ਪਏ ਹੋਏ ਆ, ਉਹ ਸਾਰੇ, ਮਤਲਬ ਜਿਵੇਂ ਗੱਦਾ ਪਿਆ ਹੁੰਦਾ ਜਾਂ ਚਾਦਰਾਂ ਪਈਆਂ ਹੁੰਦੀਆਂ, ਉਹ ਬੈੱਡ ਦੇ ਉੱਪਰ ਉਹ ਸਾਰੀਆਂ ਹਟਾ ਲਈਆਂ। ਐਂਡ ਲੇਡ ਅ ਪੀ ਐਟ ਦਾ ਬੋਟਮ ਆਫ ਦਾ ਬੈੱਡ। ਪੀ ਦਾ ਮਤਲਬ ਕੀ ਹੁੰਦਾ ਹੈ, PEA, ਪੀ ਦਾ ਮਤਲਬ ਹੁੰਦਾ ਹੈ ਮਟਰ ਦੇ ਦਾਣੇ ਨੂੰ, ਕਿਉਂਕਿ ਏ ਲੱਗਿਆ ਹੋਇਆ ਨਾ, ਤਾਂ ਐਸ ਤਾਂ ਲੱਗਿਆ ਨਹੀਂ ਹੋਇਆ ਨਾਲ, ਤਾਂ ਇੱਕ ਮਟਰ ਦੇ ਦਾਣੇ ਨੂੰ ਕਿਹਾ ਗਿਆ। ਉਹਨੇ ਕੀ ਕੀਤਾ, ਬੈੱਡ ਦੇ, ਜੋ ਬੈੱਡ ਸੀਗਾ ਉਸਦਾ ਆਪਣਾ ਕੁਈਨ ਦਾ ਬੈੱਡ ਸੀਗਾ, ਉਸ ਦੇ ਸਾਰਾ ਕੁਝ ਉਹਨੇ ਬੈੱਡ ਤੋਂ ਪਹਿਲਾਂ ਤਾਂ ਹਟਾ ਲਿਆ, ਸਾਰੇ ਗੱਦੇ ਗੁੱਦੇ ਹਟਾ ਲਏ, ਚਾਦਰਾਂ ਚੁਦਰਾਂ ਹਟਾ ਲਈਆਂ, ਤਾਂ ਇੱਕ ਮਟਰ ਦਾ ਦਾਣਾ ਰੱਖਤਾ। ਫਿਰ ਉਸਨੇ ਕੀ ਕੀਤਾ ਜੀ, ਸ਼ੀ ਟੁਕ 20 ਮੈਟ੍ਰਿਸਿਸ। ਨਾਓ ਮੈਟ੍ਰਿਸਿਸ ਨਵਾਂ ਸ਼ਬਦ ਹੈ, ਮੈਟ੍ਰਿਸਿਸ ਕਿਹਾ ਜਾਂਦਾ ਬੱਚਿਓ ਗੱਦਿਆਂ ਨੂੰ, ਠੀਕ ਹੈ, ਜਿਹੜੇ ਆਪਾਂ ਗੱਦੇ ਰੱਖਦੇ ਹਾਂ ਬੈੱਡ ਦੇ ਉੱਪਰ। ਤਾਂ ਉਹਨੇ 20 ਮੈਟ੍ਰਿਸਿਸ ਰੱਖੇ ਜੀ। ਪਹਿਲਾਂ ਦੇਖੋ ਉਹਨੇ ਕੀ ਕੀਤਾ, ਪਹਿਲਾਂ ਉਹਨੇ ਇੱਕ ਮਟਰ ਦਾ ਦਾਣਾ ਰੱਖਿਆ ਬੈੱਡ ਦੇ ਉੱਪਰ, ਫਿਰ ਉਹਦੇ ਉੱਪਰ ਇੱਕ ਗੱਦਾ, 2 ਗੱਦੇ, 3 ਗੱਦੇ, 20 ਗੱਦੇ ਰੱਖਦੇ ਉੱਪਰ, ਠੀਕ ਹੈ ਜੀ। ਤੇ ਲੇਡ ਦਮ ਅਬਵ ਦਾ ਪੀ, ਉਸ ਪੀ ਦੇ ਅੱਗੇ ਉੱਪਰ ਟੋਟਲ 20 ਮੈਟ੍ਰਿਸਿਸ ਰੱਖਤੇ, 20 ਗੱਦੇ ਰੱਖਤੇ। ਐਂਡ ਫਾਈਨਲੀ ਔਨ ਟੌਪ ਆਫ ਦਾ ਮੈਟ੍ਰਿਸਿਸ ਸ਼ੀ ਪੁੱਟ 20 ਸੌਫਟ ਕੁਇਲਸ। ਅਤੇ ਉਹਨਾਂ ਜਿਹੜੇ ਮੈਟ੍ਰਿਸਿਸ 20 ਗੱਦੇ ਰੱਖੇ ਸੀਗੇ, ਉਹਨਾਂ ਦੇ ਟੌਪ ਤੇ ਫਿਰ ਉਹਨੇ ਕੀ ਵਿਛਾਈਆਂ, 20 ਸੌਫਟ ਕੁਇਲਸ। ਕੁਇਲਸ ਦਾ ਮਤਲਬ ਚਾਦਰਾਂ, ਜਿਵੇਂ ਆਪਾਂ ਪਹਿਲਾਂ ਗੱਦਾ ਵਿਛਾਉਂਦੇ ਹਾਂ ਉਹਦੇ ਉੱਪਰ ਚਾਦਰ ਵਿਛਾਉਂਦੇ ਹਾਂ, ਤਾਂ ਗੱਦੇ ਦੀ ਇੰਗਲਿਸ਼ ਹੋ ਗਈ ਮੈਟ੍ਰਿਸਿਸ, ਤੇ ਜਿਹੜੀ ਉਹਦੇ ਉੱਪਰ ਚਾਦਰ ਆਪਾਂ ਵਿਛਾਈ ਉਹਨੂੰ ਆਪਾਂ ਕੁਇਲਟ ਕਹਿੰਦੇ ਹਾਂ। ਤਾਂ 20 ਗੱਦੇ ਤੇ 20 ਚਾਦਰਾਂ ਵਿਛਾਈਆਂ ਇੱਕ ਮਟਰ ਦੇ ਦਾਣੇ ਦੇ ਉੱਪਰ। ਤਾਂ ਹੁਣ ਤੁਸੀਂ ਦੇਖੋ ਵੀ ਆਹ ਕੰਮ ਉਸਨੇ ਕੀਤਾ, ਪ੍ਰਿੰਸ ਦੀ ਮਾਂ ਨੇ। ਤੇ ਹੁਣ ਇਸ ਜਿਹੜਾ ਉਹਨੇ ਉਹਦਾ ਆਸਣ ਵਿਛਾਇਆ 20 ਗੱਦਿਆਂ ਤੇ 20 ਚਾਦਰਾਂ ਦਾ, ਉਹਦੇ ਉੱਪਰ ਪ੍ਰਿੰਸੈਸ ਨੇ ਰੈਸਟ ਕਰਨੀ ਸੀ ਦੈਟ ਨਾਈਟ, ਉਸ ਰਾਤ। ਚਲੋ ਇਨ ਦਾ ਮਾਰਨਿੰਗ, ਸਵੇਰ ਵੇਲੇ ਕੁਈਨ ਨੇ ਆਸਕਡ ਹਰ, ਉਸਨੂੰ ਪੁੱਛਿਆ ਹਾਊ ਸ਼ੀ ਹੈਡ ਸਲੈਪਟ, ਕਹਿੰਦੇ ਵੀ ਤੂੰ ਕਿਵੇਂ ਸੋਈ ਰਾਤ, ਤੇਰੀ ਰਾਤ ਕਿਵੇਂ ਰਹੀ, ਤੈਨੂੰ ਨੀਂਦ ਨੂੰ ਵਧੀਆ ਆਈ, ਉਹਦੇ ਬਾਰੇ ਉਹਨੂੰ ਪੁੱਛਿਆ। ਤਾਂ ਹੁਣ ਪ੍ਰਿੰਸੈਸ ਕੀ ਕਹਿ ਰਹੀ ਹੈ, ਉਹ ਹੌਰੀਬਲੀ, ਕਹਿੰਦੀ ਹੌਰੀਬਲੀ, ਹੌਰੀਬਲ ਸ਼ਬਦ ਤੋਂ ਬਣਿਆ, ਹੌਰੀਬਲ ਕੀ ਹੁੰਦਾ ਜੀ, ਭਿਆਨਕ, ਕਹਿੰਦੀ ਭਿਆਨਕ। ਸੈਡ ਦਾ ਪ੍ਰਿੰਸੈਸ, ਮੈਨੂੰ ਵਧੀਆ ਨੀਂਦ ਨਹੀਂ ਆਈ, ਕਹਿੰਦਾ ਮਤਲਬ I have scarcely had a wink of sleep all night, ਕਹਿੰਦੇ ਮੇਰੀ ਤਾਂ ਅੱਖ ਹੀ ਨਹੀਂ ਲੱਗੀ। I have scarcely had a wink of sleep, wink of ਇੱਥੇ scarcely ਪਿਆ ਦੇਖੋ, scarcely। ਹੁਣ ਮੈਂ ਕਿਹਾ ਨਾ ਕਿ ਮੇਰੀ ਤਾਂ ਨੀਂਦ ਹੀ ਨਹੀਂ ਆਈ, ਮੇਰੀ ਤਾਂ ਅੱਖ ਹੀ ਨਹੀਂ ਲੱਗੀ ਸਾਰੀ ਰਾਤ, ਆਪਾਂ ਕਹਿ ਦਿੰਦੇ ਹਾਂ scarcely ਜਿਹੜਾ ਵਰਡ ਹੈ ਨਾ ਨੈਗੇਟਿਵ ਵਰਡ ਹੈ, scarcely ਨੂੰ ਆਪਾਂ not ਦੇ ਹਿਸਾਬ ਨਾਲ ਕਹਿ ਸਕਦੇ ਹਾਂ ਕਿ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ, all night। ਦੇਖੋ ਕੁਝ ਲਾਈਨਸ ਨਾ ਬੇਟਾ ਆਪਾਂ ਆਪਣੀ ਆਮ ਬੋਲਚਾਲ ਭਾਸ਼ਾ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ, ਜਿਵੇਂ ਆਪਾਂ ਪੰਜਾਬੀ 'ਚ ਆਮ ਕਹਿ ਦਿੰਦੇ ਹਾਂ, ਆਪਾਂ ਕਿਸੇ ਦੇ ਰਿਸ਼ਤੇਦਾਰ ਦੇ ਘਰ ਗਏ ਹੋਏ, ਸਾਨੂੰ ਪੁੱਛਿਆ ਜਾਂਦਾ ਸਵੇਰੇ, ਹਾਂ ਵੀ ਨੀਂਦ ਨੂੰ ਆ ਗਈ ਰਾਤ ਨੂੰ, ਤਾਂ ਕਈ ਵਾਰੀ ਆਪਾਂ ਕਹਿੰਦੇ ਹਾਂ ਹਾਂ ਜੀ ਬੜੀ ਵਧੀਆ ਨੀਂਦ ਆਈ, ਤੇ ਕਈ ਵਾਰੀ ਉਹ ਕਹਿੰਦੇ ਨਹੀਂ ਜੀ ਮੈਨੂੰ ਨੀਂਦ, ਮੇਰੇ ਨਾਲ ਤਾਂ ਆਮ ਤੌਰ ਤੇ ਹੁੰਦਾ ਮੈਂ ਕਿਸੇ ਦੇ ਘਰ ਚਲਾ ਜਾਵਾਂ ਤਾਂ ਨੀਂਦ ਨਹੀਂ ਆਉਂਦੀ, ਤਾਂ ਮੇਰਾ ਤਾਂ ਆਨਸਰ ਇਹੀ ਹੁੰਦਾ ਆਲਮੋਸਟ ਕਈ ਵਾਰੀ। ਤਾਂ ਆਪਾਂ ਉਹ ਇੰਗਲਿਸ਼ ਵੀ ਕਹਿ ਸਕਦੇ ਹਾਂ, ਸੇਮ ਆਹੀ ਲਾਈਨ ਕਹਿ ਸਕਦੇ ਹਾਂ ਆਪਾਂ ਕਿ I have scarcely had a wink of sleep all night। ਇਹਦਾ ਮਤਲਬ ਕੀ ਹੈ ਕਿ ਮੈਨੂੰ ਸਾਰੀ ਰਾਤ ਨੀਂਦ ਹੀ ਨਹੀਂ ਆਈ। heaven knows ਕਹਿੰਦੇ what there was in the bed, ਕਹਿੰਦੇ ਇਹ ਤਾਂ ਰੱਬ ਹੀ ਜਾਣਦਾ ਹੈ, heaven knows,
ਹੈਵਨ ਨੋਜ਼ ਵੀ ਇੱਕ ਇਹੋ ਜਿਹਾ ਵਰਡ ਹੈ ਜਿਹੜਾ ਆਪਾਂ ਪੰਜਾਬੀ 'ਚ ਬਹੁਤ ਵਾਰੀ ਬੋਲਦੇ ਹਾਂ, ਰੱਬ ਹੀ ਜਾਣਦਾ ਹੈ, ਪਰਮਾਤਮਾ ਹੀ ਜਾਣਦਾ ਹੈ ਨਾ। ਕਹਿੰਦੇ ਤਾਂ ਰੱਬ ਹੀ ਜਾਣਦਾ ਹੈ ਕਿ ਬੈੱਡ 'ਚ ਕੀ ਸੀ, ਵਟ ਦੇਅਰ ਵਾਜ਼ ਇਨ ਦਾ ਬੈੱਡ। I have been laying on something hard, ਕਹਿੰਦੇ ਮੈਨੂੰ ਐ ਲੱਗ ਰਿਹਾ ਸੀ ਮੈਂ ਕਿਸੇ ਹਾਰਡ ਜੀ ਚੀਜ਼ ਤੇ ਸੁੱਤੀ ਹੋਈ ਹਾਂ, ਮੈਨੂੰ ਨੀਂਦ ਨਹੀਂ ਆਈ। ਹਾਲਾਂਕਿ ਦੇਖੋ ਕੁਈਨ ਨੇ 20 ਗੱਦੇ ਵਿਛਾਏ ਸੀ, ਉੱਪਰ 20 ਚਾਦਰਾਂ ਵਿਛਾਈਆਂ ਸੀ, ਲੇਕਿਨ ਫਿਰ ਵੀ ਉਸਨੂੰ ਹਾਰਡ ਜਿਹਾ ਫੀਲ ਹੋ ਰਿਹਾ ਸੀ। ਤਾਂ ਕਿਉਂ ਹਾਰਡ ਜਿਹਾ ਫੀਲ ਹੋ ਰਿਹਾ ਸੀਗਾ ਇੱਥੇ? ਕਿਉਂਕਿ ਉਹ ਮਟਰ ਦਾ ਦਾਣਾ ਚੁਭ ਰਿਹਾ ਸੀ। ਉਹ ਮਟਰ ਦਾ ਦਾਣਾ ਜਿਹੜਾ 20 ਚਾਦਰਾਂ ਤੇ 20 ਗੱਦਿਆਂ ਦੇ ਨੀਚੇ ਪਿਆ ਸੀ ਤੇ ਉਹ ਉੱਪਰ ਪਈ ਸੀ ਉਹਨਾਂ ਸਾਰੀਆਂ ਚੀਜ਼ਾਂ ਦੇ, ਤਾਂ ਵੀ ਉਹਨੂੰ ਮਟਰ ਦਾ ਦਾਣਾ ਚੁਭ ਰਿਹਾ ਸੀ ਤੇ ਸਾਰੀ ਰਾਤ ਸੋ ਨਹੀਂ ਸਕੀ। ਸੋ ਦੇ ਕੁਡ ਸੀ, ਤਾਂ ਹੁਣ ਉਹ ਤਿੰਨੇ ਜਣੇ, ਕੌਣ ਕੌਣ? ਕਿੰਗ, ਕੁਈਨ ਤੇ ਉਹਦਾ ਮੁੰਡਾ ਪ੍ਰਿੰਸ। ਹੁਣ ਉਹ ਦੇਖ ਸਕਦੇ ਸੀ ਐਟ ਵਾਂਸ ਉਸੇ ਸਮੇਂ ਕਿ ਇਹ ਰੀਅਲ ਪ੍ਰਿੰਸੈਸ ਹੈ, ਕਿ ਇਹੀ ਹੈ ਅਸਲੀ ਪ੍ਰਿੰਸੈਸ, ਕਿਉਂਕਿ ਫੋਰ ਸ਼ੀ ਹੈਡ ਫੈਲਟ ਦਾ ਪੀ ਥਰੂ 20 ਮੈਟ੍ਰਿਸਿਸ ਐਂਡ 20 ਸੌਫਟ ਕੁਇਲਟਸ। ਕਹਿੰਦੇ ਕਿਉਂਕਿ ਇੱਕ ਰੀਅਲ ਪ੍ਰਿੰਸੈਸ ਹੀ ਜਿਹੜੀ ਹੈ ਉਹ ਉਸ ਮਟਰ ਦੇ ਦਾਣੇ ਨੂੰ, ਦਾ ਪੀ ਦਾ ਮਤਲਬ ਇੱਥੇ ਉਸੇ ਮਟਰ ਦੇ ਦਾਣੇ ਦੀ ਗੱਲ ਹੋ ਰਹੀ ਹੈ, ਉਸ ਮਟਰ ਦੇ ਦਾਣੇ ਨੂੰ ਮਹਿਸੂਸ ਕਰ ਸਕਦੀ ਸੀ ਜੋ ਜਿਸ ਦੇ ਉੱਪਰ 20 ਗੱਦੇ ਤੇ 20 ਸੌਫਟ ਨਰਮ ਚਾਦਰਾਂ ਪਈਆਂ ਹੋਈਆਂ ਸੀ। ਤੇ no one but a real princess could have had such delicate feelings at that। ਕਹਿੰਦੇ ਸਿਰਫ ਇੱਕ ਅਸਲੀ ਰਾਜਕੁਮਾਰੀ ਹੀ ਜਿਹੜੀ ਇਸ ਤਰ੍ਹਾਂ ਦੀਆਂ ਫੀਲਿੰਗਸ ਰੱਖ ਸਕਦੀ ਸੀ। ਡੈਲੀਕੇਟ ਦਾ ਮਤਲਬ ਨਰਮ, ਨਾਜ਼ੁਕ ਹੈ ਨਾ, ਡੈਲੀਕੇਟ ਆਪਾਂ ਕਹਿੰਦੇ ਹਾਂ ਨਾਜ਼ੁਕ ਚੀਜ਼ਾਂ ਨੂੰ, ਤਾਂ ਨਾਜ਼ੁਕ ਫੀਲਿੰਗਸ ਰੱਖ ਸਕਦੀ ਸੀਗੀ। ਆਮ ਇੱਕ ਲੜਕੀ ਇਸ ਤਰ੍ਹਾਂ ਦੀਆਂ ਫੀਲਿੰਗ ਨਹੀਂ ਰੱਖ ਸਕਦੀ। ਤਾਂ ਕਹਿਣ ਦਾ ਮਤਲਬ ਕੀ ਹੈ ਕਿ ਅਸਲੀ ਨਾਜ਼ੋ ਨਖਰਿਆਂ ਦੇ ਵਿੱਚ ਉਹ ਪ੍ਰਿੰਸੈਸ ਪਲੀ ਹੋਈ ਸੀ, ਜਾਂ ਉਸਦੇ ਆਪਣੇ ਮਾਂ-ਬਾਪ ਨੇ ਉਸਨੂੰ ਇੰਨੇ ਜ਼ਿਆਦਾ ਮਤਲਬ ਕਿ ਸੁੱਖ ਸੁਵਿਧਾਵਾਂ ਦਿੱਤੀਆਂ ਹੋਈਆਂ ਸੀਗੀਆਂ ਕਿ ਦੇਖੋ ਉਹ ਇੱਕ ਮਟਰ ਦੇ ਦਾਣੇ ਨੂੰ ਬਰਦਾਸ਼ਤ ਨਹੀਂ ਕਰ ਸਕੀ, ਉਹ ਵੀ ਉਹਨੂੰ ਫੀਲ ਹੋਈ ਗਿਆ। ਤਾਂ ਇੱਥੋਂ ਹੁਣ ਉਹ ਸਾਰੇ ਜਣਿਆਂ ਨੂੰ ਪਤਾ ਲੱਗ ਗਿਆ ਕਿ ਅਸਲ 'ਚ ਜਿਹੜੀ ਪ੍ਰਿੰਸੈਸ ਹੈ, ਜੋ ਰੀਅਲ ਪ੍ਰਿੰਸੈਸ ਹੈ, ਉਹ ਇਹੀ ਹੈ। ਤਾਂ ਹੁਣ ਬੱਚਿਓ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਰੀਅਲ ਪ੍ਰਿੰਸੈਸ ਦਾ ਇਸ ਸਟੋਰੀ 'ਚ ਮਤਲਬ ਕੀ ਹੈ। Then the prince married for her for now then the prince married her for now he was quite sure she was a real princess। ਤਾਂ ਪ੍ਰਿੰਸ ਨੇ ਉਸ ਨਾਲ ਸ਼ਾਦੀ ਕਰਾ ਲਈ ਜੀ, ਮੈਰਿਡ ਹਰ, ਉਸ ਨਾਲ ਸ਼ਾਦੀ ਕਰਾ ਲਈ, ਕਿਉਂਕਿ ਹੁਣ ਉਹ ਸ਼ੋਰ ਸੀਗਾ ਕਿ he was quite sure, ਉਹ ਕਾਫੀ ਯਕੀਨ ਸੀ ਉਸਨੂੰ ਕਿ ਉਹ ਰੀਅਲ ਪ੍ਰਿੰਸੈਸ ਹੈ। ਤੇ ਜਿਹੜਾ ਹੁਣ ਚਲੋ ਪ੍ਰਿੰਸ ਦੀ ਪ੍ਰਿੰਸੈਸ ਨਾਲ ਸ਼ਾਦੀ ਹੋ ਗਈ, ਮਟਰ ਦੇ ਦਾਣੇ ਦਾ ਕੀ ਬਣਿਆ ਜਿਹੜਾ 20 ਗੱਦਿਆਂ ਦੇ ਨੀਚੇ, 20 ਚਾਦਰਾਂ ਦੇ ਨੀਚੇ ਰੱਖਿਆ ਗਿਆ ਸੀ, ਤੇ ਉਹ ਜਿਹੜਾ ਪੀ ਸੀਗਾ ਉਸਨੂੰ ਸਾਂਭ ਕੇ ਰੱਖਿਆ ਗਿਆ। ਦਾ ਪੀ ਵਾਸ ਪ੍ਰੀਜ਼ਰਵਡ, ਪ੍ਰੀਜ਼ਰਵ ਦਾ ਮਤਲਬ ਸਾਂਭ ਕੇ ਰੱਖਣਾ, ਕਿੱਥੇ? ਇਨ ਦਾ ਮਿਊਜ਼ੀਅਮ, ਮਿਊਜ਼ੀਅਮ, ਇੱਕ ਮਿਊਜ਼ੀਅਮ ਦੇ ਵਿੱਚ ਰੱਖਿਆ ਗਿਆ। ਉਸ ਮਿਊਜ਼ੀਅਮ ਦਾ ਨਾਮ ਕੀ ਸੀ? ਮਿਊਜ਼ੀਅਮ ਆਫ ਕਿਊਰੀਸਿਟੀਜ਼। ਕਿਊਰੀਸਿਟੀਜ਼, ਕਿਊਰੀਸਿਟੀ ਜਿਹੜਾ ਸ਼ਬਦ ਹੈ ਬੱਚਿਓ, ਇਹ ਕਿਊਰੀਸਿਟੀ ਤੋਂ ਬਣਿਆ, ਠੀਕ ਹੈ। ਮੈਂ ਕਿਊਰੀਅਸ ਸ਼ਬਦ ਆਇਆ ਤੇ ਉਸ ਤੋਂ ਬਾਅਦ ਕਿਊਰੀਸਿਟੀ ਬਣਦਾ ਹੈ, ਫਿਰ ਵਾਈ ਕੱਟ ਕੇ IES ਲੱਗ ਜਾਂਦਾ ਹੈ। ਤਾਂ ਇਹਦਾ ਸਾਰਿਆਂ ਦਾ ਮਤਲਬ ਇੱਕੋ ਹੀ ਹੈ ਕਿ ਜਦ ਆਪਾਂ ਅਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਦੇਖ ਕੇ ਅਚੰਭਾ ਜਿਹਾ ਲੱਗੇ, ਹੈ ਨਾ। ਹੁਣ ਦੇਖੋ ਬੇਟਾ, ਕਦੇ ਤੁਹਾਡੇ ਚੋਂ ਸ਼ਾਇਦ ਕੋਈ ਬੱਚਾ ਮਿਊਜ਼ੀਅਮ ਗਿਆ ਹੋਵੇ, ਪਟਿਆਲੇ 'ਚ ਵੀ ਮਿਊਜ਼ੀਅਮ ਹੈਗਾ, ਅਜਾਇਬ ਘਰ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ। ਅਜਾਇਬ ਘਰ ਦੇ ਵਿੱਚ ਅਚੰਭੇ ਵਾਲੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਨੇ, ਜਿਹਨੂੰ ਦੇਖ ਦੇਖ ਕੇ ਆਪਾਂ ਹੈਰਾਨ ਹੁੰਦੇ, ਹਾਏ ਆਹ ਦੇਖੋ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਪੁਰਾਣੇ ਜ਼ਮਾਨੇ 'ਚ। ਰਾਜੇ ਰਾਣੀ ਇਹੋ ਜਿਹੀਆਂ ਚੀਜ਼ਾਂ ਯੂਜ਼ ਕਰਦੇ ਸੀ, ਇਹੋ ਜਿਹੇ ਹਾਰ ਹੁੰਦੇ ਸੀਗੇ, ਇਹੋ ਜਿਹੇ ਹਥਿਆਰ ਹੁੰਦੇ ਸੀ, ਆਪਾਂ ਹੈਰਾਨ ਹੀ ਹੁੰਦੇ ਹਾਂ ਨਾ। ਤਾਂ ਉਹਨਾਂ ਨੂੰ ਆਪਾਂ ਕਿਊਰੀਓਸਿਟੀਜ਼ ਕਹਿੰਦੇ ਹਾਂ, ਕਿਉਂਕਿ ਅਸੀਂ ਕਿਊਰੀਅਸ ਹੋ ਜਾਂਦੇ ਹਾਂ, ਅਸੀਂ ਅਚੰਭਿਤ ਜਿਹੇ ਹੋ ਜਾਂਦੇ ਹਾਂ। ਤਾਂ ਕਿਹੜੇ ਮਿਊਜ਼ੀਅਮ ਦੇ ਵਿੱਚ ਰੱਖਿਆ ਗਿਆ? ਦਾ ਮਿਊਜ਼ੀਅਮ ਆਫ ਕਿਊਰੀਓਸਿਟੀਜ਼ ਦੇ ਵਿੱਚ ਰੱਖਿਆ ਗਿਆ। ਕਿਸ ਨੂੰ? ਉਸ ਮਟਰ ਦੇ ਦਾਣੇ ਨੂੰ। ਵੇਅਰ ਇਟ ਮੇ ਸਟਿਲ ਬੀ ਸੀਨ, ਕਹਿੰਦੇ ਇਸ ਨੂੰ ਹਜੇ ਵੀ ਦੇਖਿਆ ਜਾ ਸਕਦਾ ਹੈ। ਇਫ ਨੋ ਵਨ ਹੈਜ਼ ਟੇਕਨ ਇਟ ਅਵੇ, ਜੇਕਰ ਕੋਈ ਇਸ ਨੂੰ ਚੋਰੀ ਕਰਕੇ ਨਾ ਲੈ ਕੇ ਗਿਆ ਹੋਵੇ। ਹੈਜ਼ ਟੇਕਨ ਇਟ ਅਵੇ, ਅਵੇ ਦਾ ਮਤਲਬ, ਟੇਕ ਅਵੇ ਦਾ ਮਤਲਬ ਜੇ ਕੋਈ ਲੈ ਕੇ ਨਾ ਗਿਆ ਹੋਵੇ ਚੋਰੀ ਚਾਰੀ ਕਰਕੇ, ਤਾਂ ਹਜੇ ਵੀ ਇਹ ਮਟਰ ਦਾ ਦਾਣਾ ਉਸ ਮਿਊਜ਼ੀਅਮ 'ਚ ਪਿਆ। ਪਰ ਉਹ ਮਿਊਜ਼ੀਅਮ ਕਿੱਥੇ ਹੈ, ਉਹ ਕਿਹੜੇ ਸ਼ਹਿਰ 'ਚ ਹੈ, ਕਿਹੜੇ ਦੇਸ਼ 'ਚ ਹੈ, ਇਹਦੇ ਬਾਰੇ ਕੁਝ ਨਹੀਂ ਪਤਾ। ਸਟੋਰੀ ਹੈ, ਕਹਾਣੀ ਹੈ ਨਾ। ਤਾਂ ਇਸ ਤਰੀਕੇ ਦੇ ਨਾਲ ਬੱਚਿਓ ਇਹ ਸਾਡੀ ਕਹਾਣੀ ਹੈ ਜੀ। ਉਮੀਦ ਹੈ ਕਿ ਤੁਹਾਨੂੰ ਕਹਾਣੀ ਅੱਛੀ ਲੱਗੀ ਹੋਏਗੀ। ਇੱਕ ਵਾਰੀ ਸਾਰੇ ਜਣੇ ਸਪੀਕਰ ਔਨ ਕਰੋ ਤੇ ਦੱਸੋ ਜੀ ਕਿਵੇਂ ਲੱਗਿਆ ਜੀ ਤੁਹਾਨੂੰ ਇਹ ਕਹਾਣੀ। ਹਾਂਜੀ ਪ੍ਰਭਜੋਤ, ਸਮਝ ਆ ਗਈ? ਹਾਂਜੀ ਸਰ, ਵਧੀਆ ਸੀ। ਅੱਛਾ, ਬਾਕੀ ਹਾਂਜੀ ਸਰ। ਗੁਰਮੀਤ, ਲਵਪ੍ਰੀਤ, ਸਿਮਰਜੀਤ ਬੋਲੋ ਜੀ। ਹਾਂਜੀ ਸਰ। ਸਮਝ ਆ ਗਈ? ਹਾਂਜੀ ਸਰ। ਓਕੇ। ਅਮਨਦੀਪ, ਖੁਸ਼ਪ੍ਰੀਤ? ਹਾਂਜੀ सर। ओके। अच्छा, इंग्लिश इलेक्टिव समझ आ रही है? कोई दिक्कत तो नहीं है? सौखी लग रही है कि औखी लग रही है? समझ आ रही है जी। चलो बढ़िया गल है। समझ आ रही है जी।
ਚਲੋ ਠੀਕ ਹੈ। ਅੱਛਾ ਬੇਟਾ, ਗੱਲ ਇਹ ਆ ਜਾਂਦੀ ਹੈ ਕਿ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿ ਛੋਟੇ ਛੋਟੇ ਕੁਐਸਚਨ ਕਿਵੇਂ ਬਣਦੇ ਆ। ਬੜੇ ਸਿੰਪਲ ਆ, ਦੇਖੋ ਤੁਸੀਂ ਸਾਰੀ ਸਟੋਰੀ ਮੇਰੇ ਤੋਂ ਸਮਝੀ ਹੈ। ਹੁਣ ਜਿਵੇਂ ਇੱਕ ਛੋਟਾ ਕੁਐਸਚਨ ਬਣ ਸਕਦਾ ਹੈ ਕਿ ਕਿੰਨੇ ਮੈਟ੍ਰਿਸਿਸ ਰੱਖੇ ਸੀਗੇ ਜੀ ਕੁਈਨ ਨੇ, ਠੀਕ ਹੈ, ਹਾਊ ਮੈਨੀ ਮੈਟ੍ਰਿਸਿਸ ਵਰ ਲੇਡ ਅਪੋਨ ਦਾ ਪੀ, ਤਾਂ ਤੁਸੀਂ ਆਨਸਰ ਕੀ ਦੇਣਾ, 20 ਮੈਟ੍ਰਿਸਿਸ ਰੱਖੇ ਸੀ। ਜੇ ਇਹੀ ਕੁਐਸਚਨ ਪੁੱਛਿਆ ਜਾਵੇ ਕਿ ਕਿੰਨੇ ਕੁਇਲਸ ਰੱਖੇ ਸੀ ਪੀ ਦੇ ਉੱਪਰ, ਤਾਂ ਤੁਸੀਂ ਆਨਸਰ ਕੀ ਦੇਣਾ, 20। ਤਾਂ ਏਦਾਂ ਦੇ ਛੋਟੇ ਛੋਟੇ ਕੁਐਸਚਨ ਬਣਦੇ ਇੱਕ ਨੰਬਰ ਦੇ, ਤਾਂ ਤੁਸੀਂ 20 ਪਾ ਦੋ, ਨੰਬਰ 1 ਆ ਗਿਆ। ਤਾਂ ਇੱਕ ਬੜਾ ਇਹਦਾ ਇੰਪੋਰਟੈਂਟ ਕੁਐਸਚਨ ਬਣਦਾ ਪੇਪਰ 'ਚ, ਜਿਹੜਾ ਆ ਜਾਂਦਾ ਹੈ ਕਿ ਵੇਅਰ ਵਾਜ਼ ਦਾ ਪੀ ਪ੍ਰੀਜ਼ਰਵਡ, ਇਹ ਪੀ ਨੂੰ ਕਿੱਥੇ ਸਾਂਭ ਕੇ ਰੱਖਿਆ ਗਿਆ, ਤਾਂ ਤੁਸੀਂ ਕੀ ਲਿਖ ਦੇਣਾ, ਦਾ ਮਿਊਜ਼ੀਅਮ ਆਫ ਕਿਊਰੀਸਿਟੀਜ਼, ਜਿਹੜਾ ਮੈਂ ਤੁਹਾਨੂੰ ਹੁਣੀ ਕਰਾਇਆ, ਦਾ ਮਿਊਜ਼ੀਅਮ ਆਫ ਕਿਊਰੀਸਿਟੀਜ਼, ਤਾਂ ਇਹ ਆਨਸਰ ਤੁਸੀਂ ਲਿਖ ਦੇਣਾ। ਤਾਂ ਇਹ 2-3 ਕੁਐਸਚਨ ਇਸ ਚੈਪਟਰ ਦੇ ਇੱਕ ਨੰਬਰਾਂ ਵਾਲੇ ਬਣਦੇ ਨੇ, ਤਾਂ ਇਹ ਤੁਸੀਂ ਮਾੜੇ ਜੇ ਲਿਖ ਸਕਦੇ ਹੋ, ਯਾਦ ਵੀ ਕਰ ਸਕਦੇ ਹੋ। ਜੇ ਤੁਸੀਂ ਪੂਰਾ ਚੈਪਟਰ ਸਮਝਿਆ ਤਾਂ ਫਿਰ ਤਾਂ ਕੋਈ ਦਿੱਕਤ ਹੀ ਨਹੀਂ ਹੈ, ਫਿਰ ਤਾਂ ਸਮਝਣ 'ਚ ਕੋਈ ਪ੍ਰੋਬਲਮ ਹੀ ਨਹੀਂ ਹੈ। ਤਾਂ ਇਸ ਤਰੀਕੇ ਦੇ ਨਾਲ ਬੱਚਿਓ ਇਹ ਸਾਡਾ ਪਹਿਲੀ ਸਟੋਰੀ ਹੈ, ਛੋਟੀ ਜਿਹੀ ਸਟੋਰੀ ਹੈ। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਏਗੀ। ਹੁਣ ਆਪਾਂ ਫਿਰ ਇਸ ਦੇ ਨੀਚੇ ਜਾਂਦੇ ਹਾਂ, ਜਿਹੜੇ ਆਪਣੇ ਨੋਟਸ ਹੈ ਉਸ ਤੇ ਦੇਖਦੇ ਹਾਂ ਆਪਾਂ ਵੀ ਉਸ 'ਚ ਹੋਰ ਕੀ ਹੈ। ਦੇਖੋ ਹੁਣ ਇਸ ਦੇ ਵਿੱਚ ਦੇਖੋ ਹੁਣ ਛੋਟੇ ਛੋਟੇ ਕੁਐਸਚਨ ਹੈ। ਪਹਿਲਾ ਕੁਐਸਚਨ ਹੈ, ਵਾਈ ਡਿਡ ਦਾ ਪ੍ਰਿੰਸ ਫੀਲ ਡਿਸਟ੍ਰੈਸ, ਪ੍ਰਿੰਸ ਕਿਉਂ ਦੁਖੀ ਸੀ, ਠੀਕ ਹੈ। ਤਾਂ ਇਸੇ ਤਰ੍ਹਾਂ ਅੱਗੇ ਵੀ ਨੇ ਕਿ ਵਾਟ ਡਿਡ ਦਾ ਕਿੰਗ ਸੀ ਔਨ ਓਪਨਿੰਗ ਦਾ ਗੇਟ, ਕਿੰਗ ਨੇ ਰਾਜੇ ਨੇ ਜਦੋਂ ਗੇਟ ਓਪਨ ਕੀਤਾ ਤਾਂ ਉਸਨੂੰ ਕੀ ਦਿਖਿਆ। ਤਾਂ ਬੜੇ ਸਿੰਪਲ ਕੁਐਸਚਨ ਨੇ। ਆ ਦੇਖੋ 6ਵਾਂ ਕੁਐਸਚਨ ਮੈਂ ਤੁਹਾਨੂੰ ਹੁਣੀ ਦੱਸਿਆ ਕਿ ਵੇਅਰ ਵਾਜ਼ ਦਾ ਪੀ ਪ੍ਰੀਜ਼ਰਵਡ, ਕਿ ਪੀ ਨੂੰ ਕਿੱਥੇ ਰੱਖਿਆ ਗਿਆ। ਤਾਂ ਇਦਾਂ ਦੇ ਕੁਐਸਚਨ ਨੇ ਜੀ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਆਨਸਰ ਈਜ਼ੀਲੀ ਦੇ ਸਕਦੇ ਹੋ। ਚਲੋ ਆਪਾਂ ਇਹਦਾ ਇੱਕ ਹੋਰ ਲੈਕਚਰ ਲਗਾਵਾਂਗੇ ਕੱਲ ਨੂੰ, ਜਿਸ ਦੇ ਵਿੱਚ ਆਪਾਂ ਇਸ ਦੇ ਕੁਐਸਚਨ ਆਨਸਰ ਡਿਸਕਸ ਕਰਾਂਗੇ। ਵੱਡਾ ਕੁਐਸਚਨ ਵੀ ਮੈਂ ਤੁਹਾਨੂੰ ਮਤਲਬ ਕਰਵਾਉਂਗਾ ਇਸ ਦਾ। ਤਾਂ ਤੁਸੀਂ ਅੱਜ ਕੀ ਕਰਨਾ ਹੈ, ਅੱਜ ਤੁਸੀਂ ਮੇਨ ਗਲੋਸਰੀ ਕਰਨੀ ਹੈ ਜੀ। ਪਹਿਲਾਂ ਇੱਕ ਵਾਰੀ ਚੈਪਟਰ ਪੜ੍ਹ ਲਿਓ, ਤੁਹਾਨੂੰ ਮੈਂ ਇਹਦੀ ਪੂਰੀ ਬੁੱਕ PDF ਫਾਈਲ ਬਣਾ ਕੇ ਭੇਜੀ ਹੋਈ ਹੈ, ਈਜ਼ੀਲੀ ਪੜ੍ਹੀ ਜਾ ਸਕਦੀ ਹੈ। ਅੱਛਾ, ਮੈਂ ਇਸ ਦੀ ਰਿਕਾਰਡਿੰਗ ਵੀ ਕੀਤੀ ਹੈ ਲੈਕਚਰ ਦੀ, ਮੈਂ ਥੋੜੀ ਦੇਰ ਤੱਕ ਤੁਹਾਨੂੰ ਇਸ ਦਾ ਰਿਕਾਰਡਡ ਲੈਕਚਰ ਵੀ ਭੇਜ ਦੇਣਾ। ਜੇ ਤੁਸੀਂ ਦੁਬਾਰਾ ਦੇਖਣਾ ਚਾਹੁੰਦੇ ਹੋ ਦੁਬਾਰਾ ਵੀ ਦੇਖ ਸਕਦੇ ਹੋ, ਵੈਸੇ ਦੇਖ ਹੀ ਲਈਓ, ਤੁਹਾਡਾ ਫਾਇਦਾ ਹੀ ਹੈ ਇਹਦੇ 'ਚ, ਦੁਬਾਰਾ ਤੋਂ ਦੇਖ ਕੇ ਪਤਾ ਲੱਗਦਾ ਹੈ। ਤੇ ਗਲੋਸਰੀ ਜ਼ਰੂਰ ਬਣਾ ਲਿਓ। ਮੈਂ ਚਾਹੂੰਗਾ ਕਿ ਤੁਸੀਂ ਘੱਟੋ ਘੱਟ 20-25 ਵਰਡਸ ਦੀ ਗਲੋਸਰੀ ਬਣਾਓ। ਜਿੰਨੀ ਜ਼ਿਆਦਾ ਗਲੋਸਰੀ ਬਣਾਓਗੇ ਉਨਾ ਜ਼ਿਆਦਾ ਤੁਹਾਨੂੰ ਇੰਗਲਿਸ਼ ਇਲੈਕਟਿਵ 'ਚ ਸੌਖੇ ਰਹੋਗੇ, ਤੇ ਤੁਹਾਨੂੰ ਕੁਐਸਚਨਸ ਵੀ ਈਜ਼ੀਲੀ ਯਾਦ ਹੋਣਗੇ, ਤੇ ਤੁਹਾਨੂੰ ਕੋਈ ਮਤਲਬ ਪ੍ਰੋਬਲਮ ਨਹੀਂ ਆਏਗੀ। ਜਿੰਨੀ ਮਿਹਨਤ ਬੇਟਾ ਕਰ ਲਓਗੇ ਉਨਾ ਵਧੀਆ। ਜੇ ਹੁਣ ਤੁਸੀਂ ਇੰਗਲਿਸ਼ ਇਲੈਕਟਿਵ ਨੂੰ ਹੱਥ ਪਾ ਹੀ ਲਿਆ ਤਾਂ ਫਿਰ ਚੰਗੀ ਤਰ੍ਹਾਂ ਪਾਓ, ਜਿਵੇਂ ਮੈਂ ਸਮਝਾਉਣਾ ਉਵੇਂ ਕਰੋ। ਕੱਲ ਨੂੰ ਆਪਾਂ ਲੈਕਚਰ ਉਹੀ 8:30 ਵਜੇ ਸਵੇਰੇ ਲਗਾਵਾਂਗੇ। ਇਸ ਦੇ ਹੀ ਕੁਐਸਚਨ ਆਨਸਰਸ ਤੇ ਐਸੇ ਟਾਈਪ ਕੁਐਸਚਨ ਆਪਾਂ ਇਸ ਨੂੰ ਡਿਸਕਸ ਕਰਾਂਗੇ। ਠੀਕ ਹੈ ਜੀ, ਓਕੇ, ਕੱਲ ਨੂੰ ਮਿਲਦੇ ਹਾਂ ਫਿਰ।